ਚਰਨ ਕਮਲ ਪਰ ਕਰਿਓ ਪ੍ਰਣਾਮ। ਤੋ ਅੱਗੇ ਫਿਰ ਕੁਝ ਸਿੱਖ ਮਹਾਰਾਜ ਪਾਸ, ਇੱਕ ਜਿਵੇਂ ਬਿਸ਼ਨ ਦਾਸ ਨਾਮ, ਇੱਕ ਮਾਣਕ ਚੰਦ, ਇੱਕ ਭਾਈ ਪੂਰੋ ਜੀ, ਇਹ ਤਿੰਨੇ ਸਿੱਖ ਗੁਰੂ ਰਾਮਦਾਸ ਮਹਾਰਾਜ ਦੇ ਪਾਸ ਗੋਇੰਦਵਾਲ ਸਾਹਿਬ ਆਏ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨੀ ਦਰਸ਼ਨ ਦੀਦਾਰ, ਚਰਨੀ ਹਾਜ਼ਰ ਹੋਏ, ਦਰਸ਼ਨ ਦੀਦਾਰ ਕੀਤੇ, ਚਰਨ ਕਮਲਾਂ ਪਰ ਪ੍ਰਣਾਮ ਕੀਤੀ ਹੈ। ਬੈਠ ਰਹਿਓ ਦਰਸ਼ਨ ਅਬਿਰਾਮ। ਤੇ ਮਹਾਰਾਜ ਦੇ ਸੁੰਦਰ ਦਰਸ਼ਨ ਕਰਕੇ ਇਹ ਤਿੰਨੇ ਜਿਹੜੇ ਆ ਸੰਗਤ ਵਿੱਚ ਬੈਠ ਗਏ ਹਨ। ਹਾਥ ਜੋੜ ਕਰ ਅਰਜ ਗੁਜਾਰੀ। ਹੱਥ ਜੋੜ ਕਰਕੇ ਜਿਹੜੀ ਬੇਨਤੀ ਮਹਾਰਾਜ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨੀ ਕੀਤੀ ਹੈ। ਜਨਮ ਮਰਨ ਤੇ ਲੇਹੋ ਉਬਾਰੀ। ਕਿ ਹੇ ਦੀਨ ਦਿਆਲ ਗੁਰੂ ਰਾਮਦਾਸ ਮਹਾਰਾਜ ਜੀ, ਆਪ ਸਾਰਿਆਂ ਦਾ ਭਲਾ ਕਰਦੇ ਹੋ, ਉਪਦੇਸ਼ ਬਖਸ਼ਦੇ ਹੋ, ਤੇ ਅਸੀਂ ਵੀ ਜਨਮ ਮਰਨ ਦੇ ਚੱਕਰ ਵਿੱਚ ਫਸੇ ਹੋਏ ਮਰਜ ਪਾਪੀ ਜੀਵ ਹਾਂ। ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਵੀ ਕੋਈ ਕਲਿਆਣ, ਸਾਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰੋ ਜੀ। ਸਹਿਤ ਕੁਟੰਬ ਹੋਏ ਕਲਿਆਣੇ। ਵੀ ਕੋਈ ਇਹੋ ਜਿਹਾ ਉਪਦੇਸ਼ ਬਖਸ਼ਿਸ਼ ਕਰੋ ਵੀ ਸਹਿਤ ਕੁਟੰਬ, ਕੁਟੰਬ ਨਾਮ ਹੈ ਇੱਕ ਇਸਤਰੀ ਤੋਂ ਅੱਗੇ ਵਧਿਆ ਪਰਿਵਾਰ, ਵੀ ਸਾਡੇ ਪਰਿਵਾਰ ਸਮੇਤ ਹੀ ਮਹਾਰਾਜ ਸਾਡਾ ਉਧਾਰਾ ਹੋ ਜਾਵੇ। ਅਸ ਕੀਜਹਿ ਉਪਦੇਸ਼ ਮਹਾਨੇ। ਆਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਕੋਈ ਇਹੋ ਜਿਹਾ ਮਹਾਨ ਸੁੰਦਰ ਉਪਦੇਸ਼ ਸਿੱਖਿਆ ਸਾਨੂੰ ਬਖਸ਼ਿਸ਼ ਕਰੋ ਜੀ। ਕਰਿਓ ਵਾਕ ਤਬ ਸ੍ਰੀ ਗੁਰਦੇਵਾ। ਇਹਨਾਂ ਦੀ ਬੇਨਤੀ ਸੁਣ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਗੁਰ ਜਿਹੜੇ ਸ਼੍ਰੀ ਸੁਭਾਏਮਾਨ ਗੁਰ ਜਿਹੜੇ ਵੱਡੇ ਕਹੋ, ਦੇਵਾ ਕੀ ਪ੍ਰਕਾਸ਼ ਸਰੂਪ, ਜੋਤ ਸਰੂਪ ਗੁਰੂ ਰਾਮਦਾਸ ਜੀ ਬੋਲੇ ਕਰਹ ਆਪ ਗੁਰ ਸਿੱਖਿਅਨ ਸੇਵਾ। ਇਹ ਉਪਦੇਸ਼ ਇਹ ਹੈ ਭਾਈ ਕਿ ਸਿੱਖਾਂ ਦੀ ਸੇਵਾ ਕਰੋ ਰੱਜ ਕਰਕੇ ਜਿੰਨੀ ਹੋ ਸਕਦੀ ਹੈ। ਬਨਤਾ ਸੁਤ ਤਨ ਜਾ ਸਿਖਰਾਵਾ। ਤੇ ਆਪਣੇ ਬਨਤਾ ਨਾਮ ਘਰ ਵਾਲੀ ਦਾ, ਤੋ ਸਾਰਿਆਂ ਨੂੰ ਸਿਖਾਓ, ਸੁੱਤ ਪੁੱਤਰ ਨੂੰ, ਤਨ ਜਾ ਧੀ ਨੂੰ, ਬਨਤਾ ਘਰ ਵਾਲੀ ਨੂੰ, ਸਾਰਿਆਂ ਨੂੰ ਇਹ ਸਮਝਾਓ, ਸਿਖਾਓ, ਆਦਤ ਪਾਓ ਸਿੱਖਾਂ ਦੀ ਸੇਵਾ ਕਰਨੇ ਦੀ। ਕਹਿ ਤਨ ਤੇ ਸੇਵਾ ਕਰਵਾਵਾ। ਤੇ ਕਹਿ ਕਰਕੇ ਸਾਰਿਆਂ ਤੋਂ ਸੇਵਾ, ਪੁੱਤਰ ਧੀਆਂ ਤੋਂ, ਆਪਣੇ ਬਾਲ ਬੱਚਿਆਂ ਤੋਂ, ਸੰਗਤ ਦੀ, ਸਿੱਖਾਂ ਦੀ ਸੇਵਾ ਕਰਵਾਓ। ਲਖਾ ਵਾਹਿਗੁਰੂ ਕੇ ਹਮਦਾਸ। ਤੇ ਇਹ ਜਾਣੋ ਸਦਾ ਹੀ ਵੀ ਅਸੀਂ ਸਾਰੇ ਹੀ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਦਾਸ ਹਾਂ, ਸੇਵਕ ਹਾਂ। ਤਿਮ ਸੁਤ ਤਾ ਦਾਸ ਗੁਰ ਪਾਸ। ਤੋ ਇਸ ਤਰ੍ਹਾਂ ਜਿਹੜਾ ਹੈ ਤਿਮ ਸੁਤ, ਤੋ ਜਿਹੜਾ ਪੁੱਤਰ ਹੈ ਉਸੇ ਤਰ੍ਹਾਂ ਹੀ ਪੁੱਤਰ ਨੂੰ ਵੀ ਤੋ ਦਾਸ ਜਾਣ, ਵੀ ਗੁਰੂ ਪਰਮੇਸ਼ਰ ਦੇ ਪਾਸ। ਇਸ ਤਰ੍ਹਾਂ ਵੀ ਅਸੀਂ ਸਾਰੇ ਪਰਮੇਸ਼ਰ ਪ੍ਰਭੂ ਦੇ ਦਾਸ ਹਾਂ। ਇਸ ਤਰ੍ਹਾਂ ਆਪਦੇ ਆਪ ਨੂੰ ਵੀ ਜਾਣਨਾ ਕਰੋ। ਜਥਾ ਖਸਮ ਕੇ ਦਰ ਪਰ ਕੋ ਘੋਰਾ। ਜਿਵੇਂ ਖਸਮ ਦੇ ਦਰ ਤੇ ਕੋਈ ਘੋੜਾ ਹੁੰਦਾ, ਕੋਈ ਮਾਲਕ ਹੋਵੇ, ਜਿਵੇਂ ਮਾਲਕ ਦੇ ਦਰ ਤੇ ਕੋਈ ਘੋੜਾ ਹੁੰਦਾ, ਮਾਲਕ ਦਾ ਘੋੜਾ ਹੁੰਦਾ ਹੈ। ਚੱਕਰ ਚੜ ਜਾਵਹਿ ਦੇ ਛੋਰਾ। ਤੇ ਭਾਵ ਆਪਣੇ ਬਾਲ ਬੱਚਿਆਂ ਦੀ ਪਾਲ ਪੋਸ਼ਣਾ ਇਸ ਤਰ੍ਹਾਂ ਕਰੋ ਵੀ ਜਿਵੇਂ ਨੌਕਰ ਇੱਕ ਘੋੜੇ ਦੀ ਪਾਲਣ ਪੋਸ਼ਣ ਕਰਦਾ, ਪਰ ਉਹ ਘੋੜਾ ਉਹਦਾ ਹੁੰਦਾ ਨਹੀਂ, ਘੋੜਾ ਤਾਂ ਮਾਲਕ ਦਾ, ਪਰ ਚੜ੍ਹਦਾ ਉਹ ਜਿਹੜਾ ਹੁੰਦਾ ਵੈ ਘੋੜ ਸਵਾਰ, ਉਹ ਚਲਾਉਂਦਾ ਹੈ, ਉਹਦੇ ਤੇ ਚੜ੍ਹਦਾ ਹੈ, ਉਹਨੂੰ ਪਾਲਦਾ ਵੀ ਹੈ, ਪੋਸਦਾ, ਸਭ ਕੁਝ ਉਹਨੂੰ ਸਾਂਭਦਾ, ਪਰ ਹੁੰਦਾ ਘੋੜਾ ਮਾਲਕ ਦਾ ਹੈ, ਸਾਂਭਦਾ ਨੌਕਰ ਹੈ। ਇਸ ਤਰ੍ਹਾਂ ਧੀਆਂ ਪੁੱਤਰਾਂ ਨੂੰ ਖਸਮ ਦਾ ਘੋੜੇ ਦੇ ਦਰਸ ਜਾਣਨਾ ਵੀ ਹੈ ਉਹ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਦੇ ਹੈ। ਤੇ ਜਿਵੇਂ ਉਹ ਕੋਈ ਘੋੜ ਸਵਾਰ ਸਾਂਭਦਾ, ਤਬੇਲਚੀ ਸਾਂਭਦਾ ਹੈ, ਇਸ ਤਰ੍ਹਾਂ ਤੁਸੀਂ ਜਾਣਨਾ ਹੈ। ਤਬ ਸਭ ਚਿੰਤ ਖਸਮ ਕੋ ਹੋਏ। ਤੇ ਜਦੋਂ ਫਿਰ ਉਹ ਕੋਈ ਘੋੜ ਸਵਾਰ ਘੋੜਾ ਚਲਾਉਂਦਾ, ਜਦੋਂ ਤਬੇਲੇ ਬਣ ਜਾਂਦਾ, ਫਿਰ ਉਹ ਸਾਰੀ ਚਿੰਤਾ, ਚੋਰੀ ਹੋਵੇ ਜੋ ਹੋਵੇ, ਘੋੜੇ ਨੂੰ ਕੁਝ ਹੋ ਜਾਵੇ, ਉਹ ਸਾਰੀ ਚਿੰਤਾ ਖਸਮ ਮਾਲਕ ਦੀ ਹੁੰਦੀ ਹੈ। ਤੋ ਜਿਹੜਾ ਉਹ ਤਬੇਲਚੀ ਨੌਕਰ ਹੁੰਦਾ, ਉਹਦਾ ਕੰਮ ਸਿਰਫ ਪਾਲਣਾ ਹੁੰਦਾ, ਘੋੜਾ ਪਾਲਦਾ ਹੈ, ਉਹਨੂੰ ਚਲਾਉਂਦਾ ਵੀ ਹੈ, ਵਰਤਦਾ ਵੀ ਹੈ, ਪਰ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਹੈ, ਸਵਾਸ ਵਾਲੀ ਚੀਜ਼ ਹੈ। ਇਸ ਤਰ੍ਹਾਂ ਆਪਣੇ ਸਾਰੇ ਪਰਿਵਾਰ ਨੂੰ, ਧੀਆਂ ਪੁੱਤਾਂ ਨੂੰ ਜਾਣਨਾ, ਜਿਵੇਂ ਖਸਮ ਦੇ ਦਰ ਤੇ ਘੋੜਾ ਵੱਜਾ ਹੁੰਦਾ, ਵੀ ਜ਼ਿੰਮੇਵਾਰੀ ਜੋ ਵੀ ਆ ਉਹ ਜਿਉਵੇਂ ਮਰੇ ਜਿਸ ਤਰ੍ਹਾਂ ਦਾ ਵੀ ਹੈ, ਉਹ ਘੋੜਾ ਉਸ ਦਾ ਹੈ, ਪਰਮੇਸ਼ਰ ਦਾ। ਤੋ ਘਾਟਾ ਵਾਧਾ ਸਭ ਉਸ ਜਿਹੜੇ ਮਾਲਕ ਦਾ ਹੈ। ਇਸ ਤਰ੍ਹਾਂ ਵਧੇਰੇ ਦੇ ਵਿੱਚ ਵਿਚਾਰ ਨਾ ਕਰੇ। ਖਾਣ ਪਾਨ ਦੇ ਭੁੱਖ ਹੈ ਸੋਏ। ਹਾਂ, ਉਹਨੂੰ ਚੰਗੀ ਤਰ੍ਹਾਂ ਜਿਹੜਾ ਹੈ ਖਾਣ ਪੀਣ ਦਿੰਦਾ ਨਾ, ਜਿਵੇਂ ਤਬੇਲਚੀ ਘੋੜੇ ਨੂੰ ਤੇ ਪਾਲਦਾ ਪੋਸਦਾ ਹੈ, ਇਸ ਤਰ੍ਹਾਂ ਆਪਦੀ ਜ਼ਿੰਮੇਵਾਰੀ ਤਬੇਲਚੀ ਵਾਂਗੂ ਨਿਭਾਉਣੀ ਹੈ, ਬੱਚਿਆਂ ਪਰਿਵਾਰ ਦੇ ਪਥਾਏ।
ਤਿਨ ਆਪਨੋ ਸਗਰੋ ਪਰਵਾਰ। ਇਸ ਤਰ੍ਹਾਂ ਹੀ ਭਾਈ ਆਪਣਾ ਸਾਰਾ ਜਿਹੜਾ ਪਰਿਵਾਰ ਹੈ, ਭਾਈ ਬਿਸ਼ਨ ਦਾਸ, ਮਾਣਕ ਚੰਦ, ਭਾਈ ਪੂਰੋ ਜੀ, ਜਾਣ ਲੈਣਾ ਕਰੋ। ਸੌਂਪਹਿ ਸਤਿਗੁਰ ਕੇ ਦਰਬਾਰ। ਤੇ ਐਉਂ ਸਤਿਗੁਰਾਂ ਦੇ ਦਰ ਕਰਤੇ ਸੌਂਪਣੇ ਆ, ਜਿਵੇਂ ਕੋਈ ਉਹ ਤਬੇਲ 'ਚ ਹੀ ਘੋੜ ਸਵਾਰ ਘੋੜਾ ਖਸਮ ਦੇ ਦਰ ਤੇ ਰੱਖਦਾ ਹੈ, ਪਾਲਦਾ ਪੋਸਦਾ ਵੀ ਹੈ, ਪਰ ਜਾਣਦਾ ਵੀ ਉਹ ਇਸ ਦਾ ਮਾਲਕ ਦਾ ਘੋੜਾ ਹੈ। ਇਸ ਤਰ੍ਹਾਂ ਆਪਣੇ ਪਰਿਵਾਰ ਨੂੰ, ਬਾਲ ਬੱਚਿਆਂ ਨੂੰ ਜਾਣਨਾ ਤੇ ਪਰਮੇਸ਼ਰ ਦੇ ਚਰਨੀ ਸਦਾ ਸੰਗਤ ਰੂਪੀ ਤਬੇਲੇ ਵਿੱਚ ਰੱਖਣਾ ਹੈ। ਤਜਹਿ ਆਪਨ ਪੋ ਤਿਨ ਤੇ ਕਨੋ। ਤੇ ਉਹਨਾਂ ਦੇ ਜਿਹੜਾ ਬਹੁਤਾ ਆਪਣ ਪੋ, ਆਪਣਾ ਆਪ ਹੈ, ਆਪਣਤ ਜਿਹੜੀ ਹੈ ਮੇਰ, ਉਹ ਨਹੀਂ ਕਦੇ ਕਰਨੀ ਛੱਡ ਦੇਣੀ ਹੈ। ਜਨ ਹੈ ਤਰੀ ਮੇਲ ਗਨ ਮਨੋ। ਤੇ ਇਸ ਤਰ੍ਹਾਂ ਜਾਣਨਾ ਹੈ ਵੀ ਜਿਹੜਾ ਵੈ, ਜਿਵੇਂ ਇਹ ਸੰਸਾਰ ਕਿਵੇਂ ਜਾਣਨਾ, ਤਰੀ ਨਾਮ ਬੇੜੀ ਦਾ, ਜਿਵੇਂ ਬੇੜੀ ਦਾ ਮੇਲ ਕਹੀਏ ਪੂਰ ਹੁੰਦਾ ਹੈ, ਵੀ ਹੁਣ ਇੱਕ ਵਾਰੀ ਉਹ ਚੜਿਆ, ਜਦੋਂ ਪਾਰ ਲੰਘ ਜਾਂਦਾ ਨਦੀ ਦਰਿਆ, ਫੇਰ ਉਹ ਬੇੜੀ ਦਾ ਪੂਰ ਕੀ ਹੈ, ਮਿਲੇ ਕਿ ਨਾ ਮਿਲੇ ਦੁਬਾਰਾ ਉਹ ਪੂਰ, ਉਹ ਸਮਾਂ, ਉਹੀ ਮਨੁੱਖ, ਉਹੀ ਜਿਹੜਾ ਉਹ ਚਲਾਉਣ ਵਾਲਾ ਜਿਹੜਾ ਹੈ, ਉਹ ਵਾਪਸ ਨਹੀਂ ਦੁਬਾਰਾ ਮਲਾ ਮਿਲਦਾ। ਤੋ ਇਸ ਤਰ੍ਹਾਂ ਜਿਵੇਂ ਬੇੜੀ ਦਾ ਪੂਰ ਹੈ, ਇਹ ਸੰਸਾਰ ਦੀ ਚਾਲ ਐਸੀ ਜਾਣਨੀ ਕਰੋ, ਜਿਵੇਂ ਬੇੜੀ ਦਾ ਪੂਰ ਇੱਕ ਵਾਰੀ ਇਕੱਠਾ ਹੁੰਦਾ ਫਿਰ ਨਿਖੜ ਜਾਂਦਾ, ਇਸ ਤਰ੍ਹਾਂ ਇਸ ਸੰਸਾਰ ਦਾ ਮੇਲਾ ਜਾਣੋ ਜੀ। ਤਬ ਸਤਿਗੁਰ ਕੋ ਪਰ ਹੈ ਲਾਜ। ਤੇ ਉਹ ਫਿਰ ਪਰਮੇਸ਼ਰ ਨੂੰ ਲਾਜ ਹੁੰਦੀ ਹੈ, ਜਿਵੇਂ ਉਹ ਬੇੜੀ ਵਿੱਚ ਬਹਿਣ ਵਾਲਾ ਕੋਈ ਹੋਵੇ, ਉਹ ਲਾਜ ਬੇੜੀ ਦਾ ਚਲਾਉਣ ਵਾਲੇ ਮਲਾਹ ਨੂੰ ਹੈ, ਪਾਰ ਲਾਉਣ ਦੀ। ਤੋ ਇਸ ਤਰ੍ਹਾਂ ਜਿਵੇਂ ਉਹ ਭਗਤ ਕਬੀਰ ਸਾਹਿਬ ਜੀ ਦਾ ਬਚਨ ਆਉਂਦਾ ਨਾ ਕਿ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਤੋ ਇਹ ਦੀਨ ਦਿਆਲ ਪਰਮੇਸ਼ਰ ਤੁਹਾਡੇ ਭਰੋਸੇ ਹੈ, ਇਹ ਸਾਰਾ ਕੀ ਇਹ ਸਰੀਰ ਰੂਪੀ ਪਰਿਵਾਰ ਜਾਂ ਸ਼ੁਭ ਗੁਣਾ ਰੂਪੀ ਪਰਿਵਾਰ ਸੰਗਤ ਰੂਪੀ ਬੇੜੀ ਵਿੱਚ ਪਾਇਆ ਹੋਇਆ, ਇਹਨੂੰ ਪਾਰ ਲਾਉਣਾ ਮਹਾਰਾਜ, ਉਹ ਤੁਹਾਡਾ ਸੱਚੇ ਪਾਤਸ਼ਾਹ ਜੀ ਜਿੰਮਾ। ਤੋ ਜੇ ਇਸ ਤਰ੍ਹਾਂ ਕਰੋਗੇ ਤਾਂ ਖਸਮ ਪਰਮੇਸ਼ਰ ਪ੍ਰਭੂ ਨੂੰ ਲਾਜ ਹੁੰਦੀ ਹੈ ਆਪਣੇ ਸਿੱਖ ਦੀ। ਕਰਹਿ ਨਿਬਾਹਣ ਸਕਲ ਸਮਾਜ। ਤੋ ਇਸ ਤਰ੍ਹਾਂ ਸਾਰਾ ਜਿਹੜਾ ਵੈ ਸਮਾਜ ਜਿਹੜਾ ਲੱਦਿਆ ਹੋਇਆ ਬੇੜੀ ਤੇ, ਉਹ ਜਿਵੇਂ ਮਲਾਹ ਪਾਰ ਲਾਉਂਦਾ ਹੈ, ਇਸ ਤਰ੍ਹਾਂ ਤੁਹਾਡੇ ਜੀਵਨ ਦੀ ਜਿਹੜੀ ਬੇੜੀ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਾਰ ਲਾਵਣਗੇ। ਭੋਜਨ ਵਸਤਰ ਭਲੇ ਪਹੁੰਚਾਵੈ। ਤੇ ਇਸ ਤਰ੍ਹਾਂ ਉਹ ਪ੍ਰਭੂ ਪਰਮੇਸ਼ਰ ਬੜਾ ਦਿਆਲੂ ਹੈ, ਭਲੀ ਪ੍ਰਕਾਰ ਤੁਹਾਨੂੰ ਭੋਜਨ ਕੀ ਵਸਤਰ ਸਾਰੀ ਪਹੁੰਚਦੇ ਕਰੇਗਾ। ਸ਼੍ਰੇਯ ਕਰਹਿ ਗਨ ਕਸ਼ਟ ਮਿਟਾਵੈ। ਤੇ ਪ੍ਰਭੂ ਪਰਮੇਸ਼ਰ ਫਿਰ ਅੰਤਲੇ ਸਮੇਂ ਮੁਕਤੀ ਵੀ ਬਖਸ਼ੇਗਾ। ਜੇ ਸਾਰਾ ਕੁਝ ਉਸ ਪਰਮੇਸ਼ਰ ਦਾ ਜਾਣੋਗੇ ਤੋ ਪਰਮੇਸ਼ਰ ਤੇ ਭਰੋਸਾ ਨਿਹਚਾ ਹੋਵੇ, ਅੰਤਲੇ ਸਮੇਂ ਮੁਕਤੀ ਵੀ ਮਿਲੇਗੀ, ਦਾਣਾ ਖਾਣ ਪਾਣ ਵੀ ਸਾਰਾ, ਭੋਜਨ ਵਸਤਰ ਵੀ ਮਿਲਣਗੇ, ਮੁਕਤੀ ਵੀ ਮਿਲੇਗੀ। ਤੇ ਜਿੰਨੇ ਕਸ਼ਟ ਹੈ ਜੰਮਣ ਮਰਨ ਦੇ, ਉਹ ਸਾਰੀ ਪ੍ਰਭੂ ਪਰਮੇਸ਼ਰ ਕੱਟ ਦਿੰਦਾ ਹੈ। ਬਿਸ਼ਨ ਦਾਸ ਮਾਣਕ ਚੰਦ ਪੂਰੋ। ਉਹ ਇਸ ਤਰ੍ਹਾਂ ਭਾਈ ਪੂਰੋ ਜੀ ਤੇ ਬਿਸ਼ਨ ਚੰਦ ਜਾਂ ਬਿਸ਼ਨ ਦਾਸ ਤੇ ਮਾਣਕ ਚੰਦ ਦੇ ਤਿੰਨ ਸਿੱਖ ਜੋ ਹਨ, ਸੁਣ ਗੁਰ ਕੋ ਉਪਦੇਸ਼ ਰੂਰੋ। ਸਤਿਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਦੇ ਮੁਖੋਂ ਸੁੰਦਰ ਇਹਨਾਂ ਉਪਦੇਸ਼ ਜਦ ਸੁਣਿਆ ਹੈ, ਕਰਿਓ ਕਮਾਵਣ ਨੀਕੇ ਮਾਨ। ਤੇ ਸਾਰੀ ਉਮਰ ਫਿਰ ਮੰਨ ਕੇ ਕਮਾਇਆ ਵੀ ਹੈ। ਇੱਕ ਤਾਂ ਹੁੰਦਾ ਨਾ ਸੁਣ ਲੈਣਾ, ਸੁਣਨਾ, ਫਿਰ ਉਹਨੂੰ ਮੰਨਣਾ, ਮੰਨ ਕੇ ਉਹਨੂੰ ਫਿਰ ਜੀਵਨ ਵਿੱਚ ਢਾਲ ਲੈਣਾ, ਉਹਨੂੰ ਨਿਧਿਆਸਣ ਆਖਦੇ ਆ। ਅਭਿਆਸ ਕਹੋ, ਨਿਧਿਆਸਣ ਕਹੋ, ਤਿੰਨ ਸਟੇਜਾਂ। ਪਹਿਲਾਂ ਸੁਣਨਾ ਹੈ, ਤੋ ਸੁਣਿਆ ਕੀ ਕਰੂ ਜੇ ਮੰਨਿਆ ਨਾ, ਤੋ ਫਿਰ ਦੂਜੀ ਸਟੇਜ ਸਾਧ ਸੰਗਤ ਜੀ ਮੰਨਣ ਦੀ ਹੈ। ਮੰਨਿਆ ਵੀ ਕੀ ਕਰੂ ਜੇ ਉਹਦੇ ਤੇ ਅਮਲ ਨਾ ਕੀਤਾ। ਮੰਨ ਲੈਂਦੇ ਆ ਵੀ ਮਹਾਰਾਜ ਦਾ ਬਚਨ ਸੱਚ ਹੈ, ਮੰਨਣਾ ਚਾਹੀਦਾ ਹੈ, ਪਰ ਚਾਹੀਦਾ ਹੈ, ਮੰਨਿਆ ਨਹੀਂ। ਇਹ ਮੰਨਣ ਤੇ ਖੜਾ ਹੈ। ਫਿਰ ਜਿਹੜਾ ਉਹਨੂੰ ਮੰਨ ਲੈਣਾ ਬਚਨ ਨੂੰ, ਜਿਸ ਫਰਜ਼ ਕਰੋ ਮਹਾਰਾਜ ਸਤਿਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਜਾਂ ਗੁਰੂ ਰਾਮਦਾਸ ਮਹਾਰਾਜ ਜੀ ਆਖਣ ਕੇ ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਓਠ ਹਰ ਨਾਮ ਤੇ ਆਵੇ। ਇਹ ਸੁਣਿਆ ਹੈ, ਸੁਣ ਕੇ ਤੇ ਨਿਹਚਾ ਕੀਤਾ ਵੀ ਹਾਂ ਇਹ ਮਹਾਰਾਜ ਨੇ ਜੋ ਆਖਿਆ ਸੱਤ ਹੈ, ਮੰਨਣਾ ਚਾਹੀਦਾ, ਮੰਨਣਾ ਚਾਹੀਦਾ, ਭਵਿੱਖ ਹੈ। ਤੋ ਵਰਤਮਾਨ ਹੋਏਗਾ ਜਦੋਂ ਮੰਨਾਂਗੇ, ਜਦੋਂ ਮੰਨ ਲਈਏ ਉਹਨੂੰ, ਉਹਦੇ ਤੇ ਅਮਲ ਕਰਾਂਗੇ, ਮਨ ਕਰਕੇ ਉਹਦੇ ਤੇ ਅਮਲ ਕੀਤਾ ਜਾਵੇ, ਸੱਚੀ ਉੱਠ ਕੇ ਨਾਮ ਜਪਾਂਗੇ ਅੰਮ੍ਰਿਤ ਵੇਲੇ, ਅਮਲ ਵਿੱਚ ਲਿਆਂਦਾ, ਉਹਨੂੰ ਨਿਧਿਆਸਣ ਆਖਦੇ ਆ। ਨਿਧਿਆਸਣ ਤੋਂ ਅੱਗੇ ਫਿਰ ਸਾਧ ਸੰਗਤ ਜੀ ਗਿਆਨ ਪ੍ਰਾਪਤ ਹੁੰਦਾ ਹੈ, ਉਸ ਤੋਂ ਅੱਗੇ ਵਿਗਿਆਨ ਹੈ, ਵਿਗਿਆਨ ਤੋਂ ਬਾਅਦ ਅਨੁਭਵ ਹੈ,
ਤੋ ਇਸ ਤਰ੍ਹਾਂ ਉਹ ਅੱਗੇ ਦੀ ਅੱਗੇ ਸਟੇਜਾਂ ਜਿਹੜੀਆਂ ਸਾਨੂੰ ਪਰਮੇਸ਼ਰ ਤੀਕਰ ਲੈ ਕੇ ਜਾਂਦੀਆਂ, ਪਰ ਉਹ ਸਾਰੀ ਆਰੰਭਤਾ ਜਿਹੜੀ ਉਹ ਸੁਣਨ ਤੋਂ ਹੁੰਦੀ ਹੈ। ਸੁਣਨ ਤੋਂ ਮੰਨਣਾ ਹੈ, ਮੰਨਣ ਤੋਂ ਨਿਧਿਆਸਨ ਹੈ, ਨਿਧਿਆਸਨ ਤੋਂ ਗਿਆਨ ਹੈ, ਗਿਆਨ ਤੋਂ ਵਿਗਿਆਨ ਹੈ, ਵਿਗਿਆਨ ਤੋਂ ਅਨੁਭਵ ਹੈ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਬਚਨ ਸੁਣੇ ਆ, ਇਹਨਾਂ ਤਿੰਨਾਂ ਸਿੱਖਾਂ ਨੇ ਮੰਨੇ ਵੀ ਹੈ, ਉਹਨਾਂ ਦਾ ਨਿਧਿਆਸਨ ਵੀ ਕੀਤਾ, ਜੀਵਨ ਵੀ ਜਿਉਇਆ ਉਸੇ ਤਰ੍ਹਾਂ ਹੀ। ਅੰਤ ਕਾਲ ਪ੍ਰਾਪਤ ਕਲਿਆਣ, ਤੇ ਅੰਤਲੇ ਸਮੇਂ ਫਿਰ ਕਲਿਆਣ ਵੀ ਪ੍ਰਾਪਤ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀਆਂ ਮੁਕਤੀ ਦੀਆਂ ਦਾਤਾਂ ਬਖਸ਼ੀਆਂ ਹਨ। ਸਿੱਖ ਪਦਾਰਥ ਤਾਰੂ ਭਾਰੂ, ਅੱਗੇ ਮਹਾਰਾਜ ਦੇ ਪਾਸ ਇੱਕ ਤਾਰੂ ਭਾਰੂ ਨਾਮੇ ਦੋ ਭਾਈ ਤੇ ਨਾਲ ਇੱਕ ਭਾਈ ਪਦਾਰਥਾ ਜੀ ਨਾਮੇ ਸਿੱਖ ਵੀ ਪਹੁੰਚਿਆ ਹੈ। ਤਿੰਨੋਂ ਚਲ ਆਏ ਗੁਰਦੁਆਰੂ, ਤਿੰਨੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਕਰ ਗੋਇੰਦਵਾਲ ਸਾਹਿਬ ਪਹੁੰਚੇ ਆ। ਆਗਾ ਲਾਗਿਓ ਵੱਡ ਦੀਵਾਨ, ਜਦੋਂ ਆਏ ਅੱਗੇ ਸੱਚੇ ਪਾਤਸ਼ਾਹ ਜੀ ਦੇ ਦਰ ਕਰ ਬਹੁਤ ਸੁੰਦਰ ਦੀਵਾਨ ਸਜਿਆ ਹੋਇਆ, ਬਹੁਤ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੈ। ਕਥਾ ਕੀਰਤਨ ਹੋਤ ਮਹਾਨ, ਤੇ ਮਹਾਨ ਬਹੁਤ ਭਾਰੀ ਗੂੰਜਾਂ ਪੈਂਦੀਆਂ, ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਸਿੱਖਾਂ ਦੀਆਂ ਸਮਾਧੀਆਂ ਲੱਗੀਆਂ, ਕੋਈ ਬਾਣੀ ਪੜ੍ਹਦਾ ਹੈ, ਕੋਈ ਸੁਣਦਾ ਹੈ। ਇਸ ਤਰ੍ਹਾਂ ਇਹ ਵੇਖਦੇ ਹਨ। ਸੁਣ ਗੁਰ ਬਚਨ ਭਇਓ ਔਰ ਤਰਾਸ, ਤੇ ਇਹ ਜਾ ਕਰਕੇ ਬੈਠੇ ਆ ਸੰਗਤ ਵਿੱਚ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਕਥਾ ਕਰਦੇ ਆ ਤੇ ਇਹਨਾਂ ਦੇ ਮਨ ਵਿੱਚ ਬੜਾ ਭੈ ਉਹ ਪੈਦਾ ਹੋ ਰਿਹਾ ਹੈ ਵੀ ਅਸੀਂ ਸਾਰੀ ਉਮਰ ਵਿਸ਼ੇ ਭੋਗੇ, ਸਾਡਾ ਕੀ ਬਣੇਗਾ, ਤੋ ਕੈਸੀ ਸਾਡਾ ਜਿਹੜਾ ਵੈ ਮਰਨਾ ਹੋਵੇਗਾ, ਮਰਨ ਤੋਂ ਬਾਅਦ ਸਾਡੀ ਕੀ ਹਾਲਤ ਹੋਵੇਗੀ, ਤੋ ਜੀਵਨ ਸਾਡਾ ਕੈਸਾ ਹੋਵੇਗਾ। ਕਥਾ ਮਹਾਰਾਜ ਦੇ ਮੁਖੋਂ ਸੁਣ ਕੇ ਸਿੱਖਾਂ ਦੇ ਉੱਚੇ ਜੀਵਨ ਵੇਖ ਕੇ ਤੇ ਆਪਦੇ ਆਪ ਨੂੰ ਮੈਲੇ ਜਾਣਦੇ ਆ, ਤੇ ਬੜਾ ਉਹ ਜਿਹੜਾ ਵਾ ਤਰਾਸ ਕਈ ਹਿਰਦੇ ਵਿੱਚ ਪਾਪਾਂ ਤੋਂ ਡਰ ਆਉਂਦਾ ਹੈ, ਕੀਤਿਆਂ ਹੋਇਆਂ ਤੋਂ। ਹੱਥ ਜੋੜ ਕੀਨੀ ਅਰਦਾਸ, ਫਿਰ ਇਹਨਾਂ ਨੇ ਭਾਈ ਪਦਾਰਥਾ ਜੀ ਵਰਗਿਆਂ, ਤਾਰੂ ਭਾਰੂ ਵਰਗਿਆਂ ਸਿੱਖਾਂ ਦੋਵੇਂ ਹੱਥ ਜੋੜੇ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਬੇਨਤੀ ਕੀਤੀ ਹੈ। ਹਮ ਕੁਟੰਬ ਮਹਿ ਅਦਕ ਲਪੇਟੇ, ਕਿ ਗੁਰੂ ਰਾਮਦਾਸ ਜੀ ਮਹਾਰਾਜ ਅਸੀਂ ਗ੍ਰਸਤੀ ਮੋਹ ਖੋਰੇ ਲੋਕ ਹਾਂ ਤੇ ਕੁਟੰਬ ਪਰਿਵਾਰਾਂ ਦੇ ਵਿੱਚ ਬਹੁਤੇ ਲਪੇਟੇ ਹੋਏ ਹਾਂ, ਘਰ ਘੁੰਮਣ ਵਾਣੀ ਭਾਈ, ਤੋ ਅਸੀਂ ਪਰਿਵਾਰਾਂ ਦੇ ਵਿੱਚ ਬਹੁਤ ਰੁੱਝੇ ਹੋਏ ਹਾਂ। ਪੜ੍ਹਨ ਸੁਣਨ ਗੁਰ ਸ਼ਬਦ ਨ ਭੇਟੇ, ਤੇ ਸਾਨੂੰ ਮਹਾਰਾਜ ਕਦੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨਾ ਪੜ੍ਹਨ ਨੂੰ ਮਿਲੀ ਆ, ਨਾ ਸੁਣਨ ਨੂੰ ਮਿਲੀ ਹੈ। ਸਿੱਖਾਂ ਦਾ ਮਿਲਾਪ ਵੀ ਕਦੇ ਅਸੀਂ ਕੀਤਾ ਨਹੀਂ। ਜੇ ਸਿੱਖਾਂ ਨੂੰ ਮਿਲੀਏ ਤੇ ਬਾਣੀ ਸੁਣੀਏ ਉਹਨਾਂ ਤੋਂ, ਜਾਂ ਆਪ ਫਿਰ ਪੜ੍ਹੀਏ, ਤੋ ਨਾ ਅਸੀਂ ਕਦੇ ਬਾਣੀ ਪੜ੍ਹੀ ਹੈ, ਨਾ ਸਾਨੂੰ ਕਦੇ ਸੁਣਨ ਨੂੰ ਹੀ ਕੋਈ ਇਹੋ ਜਿਹਾ ਸੰਗੀ ਸਿੱਖ ਮਿਲਿਆ ਹੈ। ਸਤ ਸੰਗਤ ਹੋ ਨਹਿ ਕਿਸ ਬਾਰ, ਤੇ ਕਿਸੇ ਸਮੇਂ ਵੀ ਮਹਾਰਾਜ ਸਾਥੋਂ ਸੰਗਤ ਨਹੀਂ ਹੁੰਦੀ, ਕਿਉਂਕਿ ਧੰਦਿਆਂ ਵਿੱਚ ਇੰਨੇ ਫਸੇ ਹੋਏ ਹਾਂ। ਕਿਸੇ ਹਾਲਤ ਵਿੱਚ ਵੀ ਮਹਾਰਾਜ ਸਾਥੋਂ ਸਿੱਖਾਂ ਦੀ ਸੰਗਤ, ਆਪ ਜੀ ਕੇ ਦਰ ਘਰ ਦੀ ਕਥਾ ਕੀਰਤਨ, ਇਹ ਸੰਗਤ ਸਾਨੂੰ ਨਹੀਂ ਪ੍ਰਾਪਤ ਹੁੰਦੀ ਹੈ। ਗੁਰ ਜੀ ਕਿਮ ਹੋਏ ਹਮਹਾ ਉਧਾਰ, ਇਹ ਧੰਨ ਗੁਰੂ ਰਾਮਦਾਸ ਜੀ, ਕੀ ਸਾਡਾ ਵੀ ਉਧਾਰਾ ਹੋ ਸਕਦਾ, ਸਾਡੀ ਵੀ ਕਲਿਆਣ ਹੋ ਸਕਦੀ ਹੈ। ਕਿਵੇਂ ਸਾਡੀ ਕਲਿਆਣ ਹੋਵੇਗੀ? ਆਏ ਪਰੇ ਅਬ ਸ਼ਰਨ ਤੁਮਾਰੀ, ਕਿਉਂਕਿ ਹੁਣ ਤੁਹਾਨੂੰ ਲਾਜ ਹੈ, ਸਾਡੀ ਵੀ ਕਲਿਆਣ ਕਰੋ। ਅਸੀਂ ਮਹਾਰਾਜ ਤੁਹਾਡੀ ਚਰਨ ਸ਼ਰਨ ਵਿੱਚ ਆਏ ਹਾਂ। ਕਰਹਾ ਆਪ ਕਲਿਆਣ ਹਮਾਰੀ, ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੀ ਕਲਿਆਣ ਕਰੋ, ਸਾਨੂੰ ਵੀ ਮਹਾਰਾਜ ਮੁਕਤੀ ਆਨੰਦ ਇਹਦੀ ਦਾਤ ਬਖਸ਼ਿਸ਼ ਕਰੋ ਜੀ। ਰਾਮਦਾਸ ਗੁਰ ਗਿਰਾ ਬਖਾਨੀ, ਸੁਣ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਮੁਖਾਰ ਬਿੰਦ ਤੋਂ ਇਉਂ ਆਖਿਆ ਹੈ, ਵਾਹਿਗੁਰੂ ਸਿਰਜੇ ਜੇ ਪ੍ਰਾਨੀ। ਵੀ ਕਿਹੇ ਭਾਈ ਜਿਹੜੇ ਵਾਹਿਗੁਰੂ ਅਕਾਲ ਪੁਰਖ ਹੈ, ਉਹਨੇ ਜਿੰਨੇ ਵੀ ਪ੍ਰਾਣੀ ਸਿਰਜੇ ਹੈ, ਬਣਾਉਣਾ ਕੀਤੇ ਆ, ਜੀਵ ਜਿੰਨੇ ਹਨ, ਪੂਰਬ ਸਭ ਹਿਤ ਕਰਿਓ ਆਹਾਰ। ਤੇ ਪਹਿਲਾਂ ਉਹਨਾਂ ਦਾ ਆਹਾਰ ਬਣਾਇਆ। ਪਹਿਲੋ ਦੇ ਤੈ ਰਜਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹ, ਆਸਾ ਦੀ ਵਾਰ ਅੰਦਰੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਵੀ ਬਚਨ ਹੈ ਕਿ ਇਹ ਮਨ ਵਿੱਚ ਭਰੋਸਾ ਰੱਖੋ ਵੀ ਜਿਹੜਾ ਬਣਾਉਣ ਵਾਲਾ ਪਰਮੇਸ਼ਰ ਪਹਿਲਾਂ ਦਾਣਾ ਅੰਨ ਬਣਾਉਂਦਾ, ਤੋ ਰਿਜਕ ਬਣਾਉਂਦਾ ਹੈ, ਫਿਰ ਉਹਨੂੰ ਖਾਣ ਵਾਲੇ ਬਣਾਉਂਦਾ ਹੈ। ਪ੍ਰਾਣੀ ਫੇਰ ਪੈਦਾ ਕੀਤਾ, ਪ੍ਰਾਣਾ ਤਾਰੀ ਜੀਵ, ਪਹਿਲਾਂ ਉਹਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ। ਜਾਤੇ ਤੁਮ ਬੈਠੋ ਗੁਰਦੁਆਰ, ਤੇ ਇਸ ਕਰਕੇ ਧੰਦੇ ਜਿਹੜੇ ਵਾ ਉਹ ਸੀਮਤ ਕਰਕੇ, ਭਾਵ ਆਪਦੇ ਜਿਹੜੇ ਜਿੰਨੇ ਯੋਗ ਹੈ ਉਹਨੇ ਧੰਦੇ ਕਰਨ ਤੀਕਰ ਸੀਮਤ ਹੋ ਕਰਕੇ, ਤੇ ਗੁਰੂ ਦਰਬਾਰਾਂ ਵਿੱਚ ਬਹਿਣਾ, ਸੰਗਤ ਕਰਨੀ, ਇਹਦੀ ਆਦਤ ਸੁਭਾਅ ਪਾ ਲਵੋ। ਤਰਹ ਸਿਦਕ ਔਰ ਡੋਲਹ ਨਾਹੀ, ਤੇ ਮਨ 'ਚ ਡੋਲਣਾ ਨਹੀਂ ਫਿਰ ਵੀ ਜੇ ਮੈਂ ਬਹੁਤੇ ਹੱਥ ਪੈਰ ਨਾ ਮਾਰੇ ਤੇ ਖਰੇ ਮੈਂ ਭੁੱਖਾ ਮਰ ਜਾਵਾਂਗਾ।
ਇਹੋ ਜਿਹੀ ਵੀ ਕਿਰਿਆ ਮਨ ਵਿੱਚ ਫਿਰ ਨਹੀਂ ਰੱਖਣੀ। ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਵੀ ਉਹ ਕੋ ਇਸ ਤਰ੍ਹਾਂ ਆਨੰਦਪੁਰ ਸਾਹਿਬ ਦਾ ਪ੍ਰਸੰਗ ਆਉਂਦਾ ਹੈ, ਮੇਰਾ ਖਿਆਲ 100 ਸਾਖੀ ਵਿੱਚ ਹੈ। ਉਹ ਕੋਈ ਸਿੱਖ ਮਹਾਰਾਜ ਦੇ ਪਾਸ ਜਾ ਕਰਕੇ ਬੜੀ ਸੇਵਾ ਕੀਤੀ, ਸਮਾਂ ਕਾਫੀ ਲੰਘ ਗਿਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਸੇਵਾ ਕਰਦਿਆਂ 3-4 ਕੋਈ 5-6 ਮਹੀਨੇ ਬਤੀਤ ਹੋਏ। ਜਦੋਂ ਕੋਈ ਚੇਤਰਜੇ ਦੇ ਦਿਨ ਆਉਂਦੇ ਆ, ਵਿਸਾਖ ਦੇ, ਵਾਢੀ ਪੈਣੀ ਹੈ, ਤੇ ਵਿਚਾਰ ਆਈ ਵੀ ਜਾ ਕੇ ਚਲੋ ਕੋਈ ਦਾਣੇ ਜੋੜ ਲਈਏ, ਫਸਲ ਸਾਂਭ ਲਈਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਹੁਣ ਮੈਨੂੰ ਆਗਿਆ ਬਖਸ਼ੋ ਵੀ ਘਰੇ ਜਾ ਕਰਕੇ। ਉਹ ਕਹਿਣ ਦਾ ਵੀ ਤਰੀਕਾ ਨੂੰ ਉਹ ਇਸ ਤਰ੍ਹਾਂ ਜੇ ਬੋਲਿਆ ਵੀ ਮਹਾਰਾਜ ਉਹ ਘਰੇ ਬੱਚੇ ਆ ਤੇ ਮੈਂ ਉਹਨਾਂ ਦਾ ਪ੍ਰਬੰਧ ਕਰਕੇ ਫੇਰ ਆ ਜਾਵਾਂਗਾ, ਨਹੀਂ ਤਾਂ ਉਹਨਾਂ ਨੂੰ ਔਖਾ ਹੋ ਜਾਣਾ। ਸੱਚੇ ਪਾਤਸ਼ਾਹ ਜੀ ਹੁਣ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਸਿੱਖ ਹੋਵੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਤੇ ਮਨ ਵਿੱਚ ਸੰਸਾ ਰਹਿ ਜਾਵੇ। ਮਹਾਰਾਜ ਸੰਸਾ ਰਹਿਣ ਨਹੀਂ ਦਿੰਦੇ ਸਿੱਖ ਦੇ ਅੰਦਰ। ਗਰੀਬ ਨਵਾਜ ਸਤਿਗੁਰਾਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਇਹਦੇ ਮਨ ਵਿੱਚ ਇਹ ਭਰਮ ਹੈ ਵੀ ਮੈਂ ਹੀ ਖਰੇ ਉਹ ਬੱਚੇ ਪਾਲਦਾ। ਜੇ ਬੱਚੇ ਪਾਲਣ ਵਾਲਾ ਇਹ ਹੈ ਤੇ ਫਿਰ ਪਰਮੇਸ਼ਰ ਕੌਣ ਹੈ? ਤੋਂ ਬਾਰੇ ਸੱਚੇ ਪਾਤਸ਼ਾਹ ਜੀ ਇਹਦਾ ਇਹ ਸੰਸਾ ਦੂਰ ਕਰਨ ਵਾਸਤੇ ਇਹਨੂੰ ਰੋਕ ਲਿਆ ਵੀ ਨਹੀਂ, ਸਾਡਾ ਅਜੇ ਹੁਕਮ ਨਹੀਂ, ਕੁਝ ਦਿਨ ਹੋਰ ਸੇਵਾ ਕਰੋ, ਅਜੇ ਤੁਹਾਡੇ ਸੇਵਾ ਹੋਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀਆਂ ਲੈਣੀ ਹੈ। ਕੋਈ ਥੋੜ੍ਹਾ ਸਮਾਂ ਰੋਕਿਆ। ਉਹ ਵਾਢੀ ਦੇ ਦਿਨ ਜੇ ਜਦੋਂ ਲੰਘੇ ਆ, ਮਨ ਵਿੱਚ ਬੜਾ ਘਬਰਾਉਂਦਾ, ਚਿੰਤਾ ਵੀ ਕਰਦਾ। ਫਿਰ ਮਹਾਰਾਜ ਦੇ ਪਾਸ ਗਿਆ। ਸਤਿਗੁਰੂ 15 ਕੁ ਦਿਨ ਹੋਰ ਰੋਕ ਲਿਆ ਕਰਦਿਆਂ ਕਰਾਉਂਦਿਆਂ ਮਹਾਰਾਜ ਨੂੰ ਵਾਢੀ ਜੀ ਸਾਰੀ ਲੰਘਾ ਦਿੱਤੀ। ਹਾੜ ਵੀ ਆ ਗਿਆ। ਫਿਰ ਹਾੜ ਵਿੱਚ ਆ ਕੇ ਫਿਰ ਬੇਨਤੀ ਕਰਦਾ ਵੀ ਮਹਾਰਾਜ ਹੁਣ ਅੱਗੇ ਸਾਉਣ 'ਚ ਬਾਰਿਸ਼ਾਂ ਸ਼ੁਰੂ ਹੋ ਜਾਣੀਆਂ, ਘਰ ਕੱਚਾ ਹੈ, ਮੈਂ ਘਰ ਉਹ ਲਿੰਬ ਪੋਚ ਕਰਵਾ ਲਈਏ। ਮਹਾਰਾਜ ਕਿਤੇ ਘਰ ਡਿੱਗ ਗਿਆ ਤੇ ਫਿਰ ਉਹ ਬੱਚੇ ਕੀ ਕਰਨਗੇ? ਕਿਸੇ ਸਾਡੀ ਬਾਂਹ ਨਹੀਂ ਫੜਨੀ। ਮਹਾਰਾਜ ਕਹਿੰਦੇ ਅਜੇ ਵੀ ਸੰਸਾ ਹੈ। ਸਤਿਗੁਰਾਂ ਫੇਰ ਰੋਕ ਲਿਆ। ਕਰਦਿਆਂ ਕਰਾਉਂਦਿਆਂ ਆਸੂ ਜੇ ਦੇ ਦਿਨ ਆ ਗਏ ਜਿਹੜੇ ਹੋਣਾ ਚੱਲਦੇ ਪਏ ਆ। ਬਾਰਿਸ਼ਾਂ ਵੀ ਬਤੀਤ ਹੋ ਗਈਆਂ। ਇੱਧਰ ਪਿੰਡ ਵਾਲਿਆਂ ਨੂੰ ਪਤਾ ਸੀ ਵੀ 3-4 ਮਹੀਨੇ ਅੱਗੇ ਸੇਵਾ ਜਾਂਦਾ ਆ ਜਾਏਗਾ, ਪਰ ਆਇਆ ਨਾ। ਨਗਰ ਕੋਈ ਚੰਗਾ ਗੁਰਮੁਖ ਸੀਗਾ, ਗੁਰਸਿੱਖਾਂ ਨੇ ਰਲ ਕੇ ਸਾਰਿਆਂ ਥੋੜ੍ਹੇ ਥੋੜ੍ਹੇ ਦਾਣੇ ਇਕੱਠੇ ਕੀਤੇ ਤੇ ਇਹਦੇ ਘਰ ਵਿੱਚ ਮੱਟੀਆਂ ਭਰ ਕੇ ਦਾਣਿਆਂ ਦੀਆਂ ਲਾ ਦਿੱਤੀਆਂ ਵਿਸਾਖ ਜੇਠ ਵਿੱਚ। ਫਿਰ ਬਾਰਿਸ਼ਾਂ ਪੈਣ ਤੇ ਪਤਾ ਵੀ ਬੱਚੇ ਇਕੱਲੇ ਸਿੱਖ ਸੇਵਾ ਕਰਨ ਗਿਆ, ਮੁੜਿਆ ਨਹੀਂ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਦੇ ਵਿੱਚ ਦੀ ਵਰਤੇ ਤੋ ਐਸਾ ਮਨ ਪ੍ਰੇਰਿਆ, ਉਹਨਾਂ ਮਾਇਆ ਇਕੱਠੀ ਕਰਕੇ ਪੱਕਾ ਮਕਾਨ ਵੀ ਬਣਾ ਦਿੱਤਾ। ਦੁੱਧ ਪੀਣ ਵਾਸਤੇ ਕੋਈ ਸੱਜਰ ਸੋਹਣੀ ਮਹਿ ਵੀ ਲੈ ਦਿੱਤੀ ਤੇ ਬੜੀ ਖੁਸ਼ਹਾਲੀ, ਪਰਿਵਾਰ ਦੀ ਗਰੀਬੀ ਸਭ ਮਹਾਰਾਜ ਨੇ ਦੂਰ ਕਰ ਦਿੱਤੀ। ਤੇ ਫਿਰ ਕਹਿੰਦਾ ਮਹਾਰਾਜ ਮੈਂ ਜਾਣਾ ਹੈ। ਜਦੋਂ ਇਹ ਸਾਉਣ ਭਾਦੋਂ ਜੇ 'ਚ ਰੌਲਾ ਪਾਉਂਦਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਆ ਹੁਕਮਨਾਮਾ ਸਾਡਾ ਫਲਾਣੇ ਨਗਰ ਵਿੱਚ ਫੜਾ ਦਈ। ਜਦੋਂ ਫੜਾਉਣ ਗਿਆ ਹੁਕਮਨਾਮਾ, ਉਹ ਸਿੱਖਾਂ ਖੋਲ੍ਹ ਕੇ ਵੇਖਿਆ, ਉਹਦੇ 'ਤੇ ਫਿਰ ਲਿਖਿਆ ਵੀ ਇਹਨੂੰ ਮਹੀਨਾ ਹੋਰ ਨਾ ਜਾਣ ਦਿਓ, ਜੇ ਸਾਡੇ ਸਿੱਖ ਹੋ ਤਾਂ ਨੀਂਦ ਆਉਂਦੀ ਆ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਪੜ੍ਹ ਕਰਕੇ ਉਹ ਸਿੱਖਾਂ ਨੇ ਉਹਨੂੰ ਮਹੀਨਾ ਇੱਕ ਹੋਰ ਰੋਕ ਲਿਆ। ਤੇ ਫਿਰ ਜਦੋਂ ਮਹੀਨੇ ਬਾਅਦ ਛੱਡਿਆ, ਫਿਰ ਘੋੜਾ ਭਜਾਉਂਦਾ ਹੈ ਵੀ ਹੁਣ ਮਰ ਗਏ ਹੋਣੇ ਸਾਰੇ, ਮੀਂਹ ਪੈ ਗਿਆ ਜਾਂ ਭੁੱਖ ਨਾਲ ਮਰ ਗਏ ਹੋਣੇ ਆ। ਜਦੋਂ ਨਗਰ ਦੇ ਲਾਗੇ ਪਹੁੰਚਿਆ, ਘਰ ਦਿਸਣ ਲੱਗਿਆ। ਉਹ ਘਰ ਕਾਹਦਾ ਕਾਇਆ ਪਲਟੀ ਪਈ ਸਾਰੀ, ਪੱਕਾ ਮਕਾਨ ਬਣਿਆ ਹੋਇਆ। ਬੂਹੇ ਅੱਗੇ ਲਵੇਰੀ ਮਹਿ ਵੱਜੀ ਹੋਈ ਹੈ। ਅੰਦਰ ਦੂਰੋਂ ਦਿਸਦੀਆਂ ਮੱਟੀਆਂ ਪੋਚੀਆਂ ਹੋਈਆਂ, ਚੀਕਣੀ ਮਿੱਟੀ ਨਾਲ ਦਾਣਿਆਂ ਦੀਆਂ ਭਰੀਆਂ ਹੋਈਆਂ। ਵੇਖ ਕੇ ਵਿਚਾਰ ਕਰਦਾ ਵੀ ਇਹ ਮੇਰਾ ਘਰ ਨਹੀਂ, ਇਹ ਤਾਂ ਕੋਈ ਮੇਰਾ ਘਰ ਡਿੱਗ ਗਿਆ ਹੋਣਾ ਸਾਉਣ ਦੀ ਭਾਦੋਂ ਦੀਆਂ ਬਾਰਿਸ਼ਾਂ ਵਿੱਚ। ਪਰਿਵਾਰ ਮੇਰਾ ਮਰ ਗਿਆ ਜਾਂ ਉਹ ਭੁੱਖ ਨਾਲ ਨਿਕਲ ਗਏ ਕਿਤੇ, ਤੇ ਕਿਸੇ ਕਬਜ਼ਾ ਕਰ ਲਿਆ ਮੇਰੀ ਥਾਂ ਤੇ। ਪੱਕਾ ਮਕਾਨ ਪਾਇਆ ਹੋਇਆ ਹੈ। ਦਰਵਾਜ਼ੇ ਅੱਗੇ ਸੋਹਣੀ ਲਵੇਰੀ ਮਹਿ ਵੱਜੀ ਹੋਈ ਹੈ। ਥੋੜ੍ਹਾ ਅੱਗੇ ਹੋਇਆ, ਇਹਦਾ ਬੱਚਾ ਸੀ ਕੋਈ ਛੋਟਾ 5-7 ਵਰ੍ਹਿਆਂ ਦਾ। ਉਹ ਮਿੱਟੀ ਵਿੱਚ ਖੇਡੇ। ਉਹਨੇ ਵੇਖਿਆ ਵੀ ਆ ਗਿਆ ਬਾਪੂ, ਰੌਲਾ ਪਾਉਣ ਲੱਗਿਆ, ਚੀਕਾਂ ਮਾਰਦਾ ਹੋਇਆ ਘਰ ਨੂੰ ਦੌੜਿਆ। ਜਾ ਕਰਕੇ ਉਹ ਆਪਦੀ ਮਾਤਾ ਨੂੰ ਫਿਰ ਸੁਣਾਉਂਦਾ। ਉਹਨੇ ਨੂੰ ਇਹ ਵੀ ਲਾਗੇ ਪਹੁੰਚ ਗਿਆ, ਘੋੜੇ 'ਤੇ ਚੜ੍ਹਿਆ ਹੋਇਆ। ਉਹ ਕਹਿੰਦਾ ਮਾਂ ਨਾਲੇ ਰੋਂਦਾ ਹੈ ਵੀ ਬਾਪੂ ਫੇਰ ਆ ਗਿਆ। ਉਹ ਮਾਂ ਨੇ 2 ਚਪੇੜੇ ਮਾਰੇ ਜਵਾਕ ਦੇ ਵੀ ਚੰਗਾ ਹੋਇਆ ਆ ਗਿਆ, ਫਿਰ ਰੋਣਾ ਕਿਉਂ? ਉਹ ਕਹਿੰਦੀ ਮਾਤਾ ਜਦੋਂ ਇੱਥੇ ਸੀ ਉਦੋਂ ਭੁੱਖੇ ਮਰਦੇ ਸਾਂ,
ਇਹ ਗਿਆ ਤੇ ਪਿੰਡ ਵਾਲਿਆਂ ਨੇ ਕਰ ਦਿੱਤੀ ਆ, ਮਹਾਰਾਜ ਨੇ ਜਿਵੇਂ ਦਇਆ ਕੀਤੀ ਵੀ ਸਾਰਾ ਹੁਣ ਸੁੱਖ ਸਹੂਲਤਾਂ ਨੇ, ਹੁਣ ਇਹ ਫਿਰ ਆ ਗਿਆ, ਫਿਰ ਭੁੱਖੇ ਮਰਾਂਗੇ। ਜਦੋਂ ਇਹਨੇ ਸੁਣਿਆ ਤੇ ਬੜਾ ਹੈਰਾਨ ਹੋਇਆ ਵੀ ਗੁਰੂ ਕਲਗੀਧਰ ਪਾਤਸ਼ਾਹ ਵੀ ਐਵੇਂ ਹੀ ਪਰਮੇਸ਼ਰ ਕਰ ਦਿੰਦੇ ਆ। ਤੋ ਇੱਥੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦੇ ਮਨ ਦਾ ਉਹ ਸੰਸਾ ਨਿਵਰਤ ਕਰਨ ਵਾਸਤੇ ਕਹਿ ਰਹੇ ਹੈ। ਮਹਾਰਾਜ ਕਹਿੰਦੇ ਸਿਦਕ ਰੱਖਣਾ ਹੈ ਤੇ ਮਨ ਕਰਕੇ ਕਦੇ ਡੋਲਣਾ ਨਹੀਂ ਹੈ। ਸਿਮਰੋ ਵਾਹਿਗੁਰੂ ਮਨ ਮਾਹੀ, ਤੇ ਮਨ ਦੇ ਵਿੱਚ ਸਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਤੁਮਰੇ ਸੰਬੰਧੀ ਸਮੁਦਾਇ, ਜਿੰਨੇ ਤੁਹਾਡੇ ਸੰਬੰਧੀ ਹੈ, ਤੁਹਾਡੇ ਨਾਲ ਰਿਸ਼ਤੇ ਨਾਤੇ ਰੱਖਣ ਵਾਲੇ ਹਨ, ਸਭ ਕੋ ਰਿਜਕ ਤਹਾਂ ਪਹੁੰਚਾਏ। ਇਹ ਪ੍ਰਭੂ ਪਰਮੇਸ਼ਰ ਕੱਲਾ ਤੁਹਾਨੂੰ ਹੀ ਨਹੀਂ, ਸਾਰਿਆਂ ਨੂੰ ਹੀ। ਜੇ ਕੋਈ ਸੰਬੰਧੀ ਹੈ ਨਹੀਂ ਹੈ, ਜਿਹੜੇ ਪ੍ਰਾਣਾਧਾਰੀ ਜਿੰਨੇ ਜੀਵ ਹੈ, ਪ੍ਰਭੂ ਪਰਮੇਸ਼ਰ ਸਾਰਿਆਂ ਨੂੰ ਉੱਥੇ ਰਿਜਕ ਅਪੜਾਉਂਦਾ ਭੇਜਦਾ ਹੈ। ਤੁਮਰੋ ਰਿਜਕ ਇਹਾਂ ਗੁਰ ਦੇਹੇ, ਤੇ ਤੁਹਾਡੇ ਸੰਬੰਧੀ ਭਾਵ ਪਰਿਵਾਰ ਨੂੰ ਪਰਮੇਸ਼ਰ ਉੱਥੇ ਰਿਜਕ ਦੇਵੇਗਾ। ਤੇ ਜੇ ਤੁਸੀਂ ਗੁਰੂ ਘਰ ਇੱਥੇ ਸੇਵਾ ਕਰਦੇ ਹੋ ਤੇ ਤੁਹਾਡੀ ਰੋਜੀ ਰੋਟੀ ਮਹਾਰਾਜ ਨੇ ਇੱਥੇ ਲਿਖੀ ਹੋਈ ਹੈ, ਉਹ ਪਰਮੇਸ਼ਰ ਤੁਹਾਨੂੰ ਇੱਥੇ ਬੈਠਿਆਂ ਹੀ ਰਿਜਕ ਭੇਜੇਗਾ, ਦੇਵੇਗਾ। ਜਨਮ ਸੁਧਾਰ ਪਰਖਾ ਇਹੋ, ਤੇ ਇਹ ਸਾਡੀ ਜਿਹੜੀ ਵੈ ਉਹ ਸਿੱਖਿਆ ਗ੍ਰਹਿਣ ਕਰੋ ਤੇ ਆਪਣਾ ਜਨਮ ਜਿਹੜਾ ਉਹ ਸੁਧਾਰ ਲਓ। ਇਸ ਤਰ੍ਹਾਂ ਪਰਖ ਕਰਕੇ ਆਪਣਾ ਜਨਮ ਜਿਹੜਾ ਉਹ ਸਫਲਾ ਕਰ ਲਓ ਤੁਸੀਂ। ਸੁਣ ਤੀਨੋਂ ਨਿਜ ਪੁੱਤਰ ਬੁਲਾਏ, ਤੇ ਇਸ ਤਰ੍ਹਾਂ ਸੁਣ ਕੇ ਗੁਰੂ ਗਰੀਬ ਨਿਵਾਜ ਜੀਆਂ ਦੇ ਪਾਸੋਂ ਇਹ ਉਪਦੇਸ਼, ਇਹਨਾਂ ਤਿੰਨਾਂ ਨੇ ਆਪਣੇ ਜਿਹੜੇ ਬੱਚੇ ਸੀ ਘਰੇ ਉਹ ਗੋਇੰਦਵਾਲ ਬੁਲਾਏ ਹਨ। ਕਹਿਓ ਤਰਨਤਾ ਤੁਮ ਅਬ ਪਾਏ, ਤੇ ਆਖਿਆ ਆਪਣੇ ਬੱਚਿਆਂ ਨੂੰ ਵੀ ਤੁਸੀਂ ਹੁਣ ਪਹਿਲਾਂ ਬੱਚੇ ਸੀ, ਹੁਣ ਤੁਸੀਂ ਜਵਾਨ ਹੋ ਗਏ ਹੋ, ਵੱਡੇ ਹੋ ਗਏ ਹੋ। ਭਏ ਕਿਰਤ ਲਾਇਕ ਨਿਰਤਾਰਾ, ਤੇ ਇਸ ਤੁਸੀਂ ਜਾਣ ਲਓ ਭਾਈ ਬਾਲ ਬੱਚੇ ਮਨ ਵਿੱਚ ਵੀ ਤੁਸੀਂ ਸਾਰੇ ਹੀ ਹੁਣ ਕੰਮ ਕਰਨ ਯੋਗੇ ਹੋ, ਹੱਥੀਂ ਕਰਕੇ ਕਮਾ ਕੇ ਖਾਣ ਜੋਗੇ ਹੋ। ਅਬ ਘਰ ਕੋ ਸਭ ਕਾਰ ਸੰਭਾਰਾ, ਤੇ ਹੁਣ ਤੁਸੀਂ ਘਰ ਦਾ ਜਿੰਨਾ ਕੰਮ ਹੈ ਉਹ ਸਾਰਾ ਤੁਸੀਂ ਸਾਂਭੋ। ਵੀ ਸਾਨੂੰ ਗੁਰੂ ਰਾਮਦਾਸ ਮਹਾਰਾਜ ਦਾ ਇਸ ਤਰ੍ਹਾਂ ਹੁਕਮ ਹੋਇਆ ਭਾਈ ਵੀ ਅਸੀਂ ਤਾਂ ਹੁਣ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨੀ ਸੇਵਾ ਕਰਾਂਗੇ, ਤੁਸੀਂ ਹੁਣ ਕੰਮ ਕਾਰ ਸਾਂਭਣ ਜੋਗੇ ਹੋ ਤੇ ਆਪਣਾ ਸਾਰਾ ਘਰ ਜਿਹੜਾ ਹੁਣ ਸੰਭਾਲਣਾ ਕਰੋ, ਕੰਮ ਕਾਰ ਤੁਸੀਂ ਸੰਭਾਲੋ। ਉਦਮ ਕਰੋ ਲਾਭ ਹੋਏ ਜੇਤਾ, ਤੇ ਉਦਮ ਕਰੋ। ਫਿਰ ਗੁਰੂ ਰਾਮਦਾਸ ਮਹਾਰਾਜ ਜੀਆਂ ਨਾਲ ਇਹ ਵੀ ਇਹਨਾਂ ਨੂੰ, ਇਹਦੇ ਬੱਚਿਆਂ ਨੂੰ ਵੀ ਫਿਰ ਸਾਰੀ ਸਿੱਖਿਆ ਦਿੱਤੀ ਵੀ ਹੁਣ ਤੁਸੀਂ ਇਹਨਾਂ ਤੁਹਾਨੂੰ ਪਾਲਿਆ, ਤੁਹਾਡੇ ਮਾਂ-ਬਾਪ ਨੇ, ਹੁਣ ਭਾਈ ਤੁਸੀਂ ਆਪਣਾ ਕੰਮ ਸਾਂਭੋ ਤੇ ਇਹਨਾਂ ਨੂੰ ਪਰਮੇਸ਼ਰ ਦੀ ਬੰਦਗੀ ਵਾਸਤੇ ਸਮਾਂ ਦਿਓ ਤੇ ਉਦਮ ਕਰੋ, ਮਿਹਨਤ ਕਰੋ। ਜਿੰਨਾ ਤੁਸੀਂ ਧਨ ਕਮਾਓਗੇ ਜਾਂ ਜਿਹੜਾ ਲਾਭ ਤੁਹਾਨੂੰ ਪ੍ਰਾਪਤ ਹੋਵੇਗਾ, ਗੁਰੂ ਕੋ ਦਸਵੰਧ ਕੱਢਹੁ ਤੇਤਾ, ਤੇ ਉਹਦੇ ਵਿੱਚੋਂ 10ਵਾਂ ਹਿੱਸਾ ਜਿਹੜਾ ਦਸਵੰਧ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਮਰਿਆਦਾ ਹੈ, ਲਾਭ ਦੀ ਪ੍ਰਾਪਤੀ ਵਿੱਚੋਂ 10ਵਾਂ ਹਿੱਸਾ ਕੱਢਣਾ ਹੈ। ਆਵਹਿ ਸਿੱਖ ਕਰਹੁ ਤਿਹ ਸੇਵਾ, ਉਸ ਦਸਵੰਧ ਦੇ ਨਾਲ ਕਿਸੇ ਘਰ ਆਏ ਸਿੱਖ ਦੀ ਸੇਵਾ ਕਰਨੀ ਹੈ। ਉਸ ਦਸਵੰਧ ਦੇ ਨਾਲ ਕਿਸੇ ਸਿੱਖ ਦੇ, ਗਰੀਬ ਸਿੱਖ ਦੇ ਕਾਰਜ ਸਵਾਰਨੇ ਆ। ਹਮ ਅਬ ਰਹਿ ਦਵਾਰ ਗੁਰਦੇਵਾ, ਤੇ ਇਸ ਆਪਣੇ ਉਹ ਕਹਿੰਦੇ ਆ ਵੀ ਅਸੀਂ ਤਾਂ ਹੁਣ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਦਰ ਕਰ ਰਵਾਂਗੇ, ਵੀ ਮਹਾਰਾਜ ਦਾ ਸਾਨੂੰ ਉਪਦੇਸ਼ ਹੋਇਆ ਤੁਸੀਂ ਕੰਮ ਕਰੋ, ਹੁਣ ਕੰਮ ਸਾਂਭੋ ਸਾਰਾ। ਜਿੰਨੀ ਕਮਾਈ ਕਰੋ, ਜਿਹਦਾ ਲਾਭ ਹੋਵੇਗਾ ਉਹਦੇ ਵਿੱਚੋਂ 10ਵੇਂ ਹਿੱਸੇ ਨਾਲ ਕਿਸੇ ਗਰੀਬ ਦੀ ਬੱਚੀ ਦਾ ਵਿਆਹ ਕਰ ਦੇਣਾ, ਕੋਈ ਹੋਰ ਪਰਉਪਕਾਰ ਦੇ ਕੰਮ ਜਿਹੜੇ ਹੈ ਉਹ ਸਾਰੇ ਕੰਮਕਾਰ ਤੁਸੀਂ ਕਰੋ ਭਾਈ, ਸੇਵਾ ਕਰੋ, ਸਿਮਰਨ ਕਰੋ ਤੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਰੋ। ਅਸੀਂ ਹੁਣ ਗੁਰੂ ਰਾਮਦਾਸ ਮਹਾਰਾਜ ਦੇ ਦਰ ਘਰ ਵਿੱਚ ਹੀ ਰਹਾਂਗੇ। ਪਾਣੀ ਪੱਖਾ ਸੇਵਕ ਮਾਵਹਿ, ਅਸੀਂ ਇੱਥੇ ਪਾਣੀ ਢੋਵਾਂਗੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਦਾ, ਪੱਖਾ ਫੇਰਾਂਗੇ ਸੰਗਤਾਂ ਨੂੰ ਹਵਾ ਵਾਸਤੇ, ਸੇਵਾ ਕਰਾਂਗੇ ਸੰਗਤਾਂ ਦੀ। ਸਤ ਸੰਗਤ ਕਰ ਸੇਵ ਰਜਾਵਹਿ, ਤੇ ਅਸੀਂ ਸਤ ਸੰਗਤ ਦੀ ਸੇਵਾ ਕਰ ਕਰਕੇ ਇਹਨੂੰ ਰਜਾਵਾਂਗੇ, ਸਿੱਖਾਂ ਨੂੰ ਖੁਸ਼ ਕਰਾਂਗੇ, ਗੁਰੂ ਰਾਮਦਾਸ ਮਹਾਰਾਜ ਦੀਆਂ ਖੁਸ਼ੀਆਂ ਲਵਾਂਗੇ। ਕਥਾ ਕੀਰਤਨ ਸੁਨਹਿ ਆਨੰਦੇ, ਅਸੀਂ ਆਨੰਦ ਮਾਣਾਂਗੇ ਹੁਣ ਭਾਈ ਇੱਥੇ ਗੋਇੰਦਵਾਲ ਰਹਿ ਕਰਕੇ ਕਥਾ ਕੀਰਤਨ ਸੁਣ ਸੁਣ ਕੇ ਖੁਸ਼ੀਆਂ ਮਾਣਾਂਗੇ, ਆਨੰਦ ਵਿੱਚ ਸਥਿਤੀ ਕਰਾਂਗੇ। ਹੋਏ ਪ੍ਰਾਪਤ ਕਲਿਆਣ ਬਿਲੰਦੇ, ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕਲਿਆਣ ਦੀ ਦਾਤ ਬਖਸ਼ਿਸ਼ ਕਰਨਗੇ ਨਿਸ਼ਚੇ ਕਰਕੇ। ਇਮ ਤੁਮਰੀ ਪੀ ਹੋਏ ਕਲਿਆਣ, ਤੋ ਇਸ ਤਰ੍ਹਾਂ ਤੁਹਾਡੀ ਵੀ ਕਲਿਆਣ ਹੋਵੇਗੀ ਭਾਈ। ਪਰਿਵਾਰ ਸਮੇਤ ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਾਤਸ਼ਾਹ ਜਾਏਂਦਾ। ਤੁਹਾਡੀ ਵੀ ਇਸੇ ਵਿੱਚ ਹੀ ਕਲਿਆਣ ਹੈ ਬੱਚਿਓ।
ਏਮ ਸਿੱਖਿਆ ਦੇ ਕੁਟੰਬ ਮਹਾਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਪਰਿਵਾਰਾਂ ਨੂੰ ਵੀ ਨਾਲ ਸਿੱਖਿਆ, ਸਿੱਖਾਂ ਨੂੰ ਤੇ ਸਿੱਖਾਂ ਦੇ ਪਰਿਵਾਰਾਂ ਨੂੰ ਸਿੱਖਿਆ ਬਖਸ਼ੀ ਹੈ। ਕਰਨ ਲੱਗੇ ਗੁਰ ਸੇਵਕ ਨੇਰੀ। ਤੇ ਇਹ ਜਿਹੜੇ ਸੀਗੇ ਭਾਈ ਪਦਾਰਥਾ ਜੀ, ਭਾਈ ਤਾਰੂ, ਭਾਈ ਭਾਰੂ ਜੀ, ਇਹ ਗੁਰੂ ਰਾਮਦਾਸ ਮਹਾਰਾਜ ਦੇ ਦਰ ਕਰ ਗੋਇੰਦਵਾਲ ਰਹਿ ਕਰਕੇ ਬਹੁਤ ਭਾਰੀ ਸੇਵਾ ਕਰ ਰਹੇ ਹੈ। ਪ੍ਰਾਪਤ ਮੁਕਤ ਅੰਤ ਕੀ ਤੇ ਬੇਰੀ। ਅੰਤਲੇ ਸਮੇਂ ਫਿਰ ਇਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਦੀ ਦਇਆ ਸਦਕਾ ਫਿਰ ਮੁਕਤੀ ਦੀ ਪ੍ਰਾਪਤੀ ਹੋਈ ਹੈ। ਸਤਿਗੁਰ ਕੇ ਤਨ ਬਿਖੈ ਸਮਾਏ। ਤੇ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਹੀ ਸਮਾ ਗਏ ਅੰਤਲੇ ਸਮੇਂ। ਜਿਉਂ ਜਲ ਮਹਿ ਜਲ ਪੈਸ ਨਾ ਨੀਕਸ। ਜਨਮ ਮਰਨ ਕੇ ਬੰਧ ਮਿਟਾਏ। ਤੇ ਜੰਮਣ ਮਰਨ ਦੇ ਜਿੰਨੇ ਬੰਧਨ ਆ ਉਹ ਸਾਰੇ ਜਿਹੜੇ ਵਾ ਉਹ ਇਹਨਾਂ ਨੇ ਕੱਟ ਲਏ ਆ। ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਤੋਂ ਉਪਦੇਸ਼ ਸਿੱਖਿਆ ਲੈ ਕਰਕੇ ਪਰਿਵਾਰ ਦਾ ਵੀ ਨਿਸਤਾਰਾ ਮਹਾਰਾਜ ਜੀਆਂ ਕੀਤਾ ਤੇ ਨਾਲ ਇਹਨਾਂ ਦਾ ਵੀ। ਉਹ ਇਸ ਤਰ੍ਹਾਂ ਜਿਹੜਾ ਹੈ ਮਹਾਰਾਜ ਨੇ ਇਹਨਾਂ ਦੀ ਕਲਿਆਣ ਕੀਤੀ। ਉਹ ਜਿਹੜਾ ਹੁਣ ਇਸ ਤਰ੍ਹਾਂ ਇਹ ਹਿੰਦੂ ਧਰਮ ਅੰਦਰ ਜਿਹੜਾ ਨਾ ਸਨਾਤਨ ਮਤ ਵਿੱਚ ਉਹ 4 ਆਸ਼ਰਮ ਮੰਨਦੇ ਆ। ਇੱਕ ਤਾਂ 4 ਵਰਣ ਨੇ, ਆ ਖੱਤਰੀ, ਬ੍ਰਾਹਮਣ, ਸੂਦ, ਵੈਸ। ਤੋ ਉਹ ਇਹ ਧਰਮ ਜਿਹੜਾ ਹੁੰਦਾ, ਧਰਮ ਦੀ ਵਾਗਡੋਰ ਗਲਤ ਹੱਥਾਂ ਵਿੱਚ ਆਉਣ ਕਰਕੇ ਜਿਹੜੇ ਸਿਧਾਂਤ ਹੁੰਦੇ ਫਿਰ ਉਹ ਸਿਧਾਂਤ ਵੀ ਵਿਗਾੜ ਦਿੱਤੇ ਜਾਂਦੇ ਆ। ਉੱਥੇ ਹੁਣ ਜਿਹੜੇ 4 ਵਰਨ ਆ, ਇੱਕ ਪਹਿਲਾ ਵਰਨ ਹੈ ਬ੍ਰਹਮਚਰਜ, ਦੂਜਾ ਹੈ ਗ੍ਰਸਥ, ਤੀਜਾ ਬਾਣਪ੍ਰਸਥ ਹੈ, ਚੌਥਾ ਸੰਨਿਆਸ ਹੈ। ਇਹ ਸਨਾਤਨ ਮਤ ਦੇ 4 ਆਸ਼ਰਮ ਹੈ, 4 ਵਰਨ ਹੈ, 4 ਆਸ਼ਰਮ ਹੈ। ਤੋ ਇਹ ਬਣਾਏ ਤਾਂ ਬੜੀ ਸੋਝੀ ਨਾਲ ਸੀਗੇ। ਹੁਣ ਚਾਹੇ ਉਹ ਸਿਧਾਂਤ ਵਿਗੜਨ ਕਰਕੇ ਇਹਨਾਂ ਦਾ ਖੰਡਨ ਕਰਦੇ ਆ ਨਾ ਸਾਰੇ, ਪਰ ਇਹ ਖੰਡਨ ਯੋਗ ਨਹੀਂ ਹਨ। ਜੇ ਕੋਈ ਇਹਨਾਂ ਨੂੰ ਵਰਤੇ ਹੈ ਬੜੇ ਜਿਹੜੇ ਵਾ ਉਹ ਨਾਮ ਜਪਣ ਵਿੱਚ, ਮੁਕਤੀ ਦਿਵਾਉਣ ਵਿੱਚ ਬੜੇ ਸਹਾਈ ਹੁੰਦੇ ਆ। ਉਹ ਇਸ ਤਰ੍ਹਾਂ ਹੈ ਵੀ ਜਿਹੜੀ ਪਹਿਲੀ ਸਟੇਜ ਬਣਾਈ, ਪਹਿਲਾ ਆਸ਼ਰਮ ਜਿਹੜਾ ਇਹਨਾਂ ਬ੍ਰਹਮਚਰਜ ਬਣਾਇਆ, ਉਹ 0 ਭਾਵ ਜਨਮ ਤੋਂ ਲੈ ਕੇ 25 ਸਾਲ ਤੱਕ ਬ੍ਰਹਮਚਰਜ ਮੰਨਦੇ ਆ। ਬ੍ਰਹਮਚਰਜ ਦਾ ਇਹ ਸਿਧਾਂਤ ਸੀਗਾ, ਉਹ ਇਹਦਾ ਆਸ਼ਾ ਸੀਗਾ ਵੀ ਜਿਵੇਂ ਉਹ ਕੋਈ ਇੱਕ ਪ੍ਰਾਣੀ ਤੋਂ ਲਓ, ਉਹ ਪੈਦਾ ਹੋਇਆ 25 ਵਰ੍ਹੇ ਤੱਕ ਉਹ ਬ੍ਰਹਮਚਾਰੀ ਰਹੇਗਾ। ਤੋ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਕਰ ਜਾਣ, ਜਤ ਰੱਖੇਗਾ, ਵਿੱਦਿਆ ਪੜ੍ਹੇਗਾ, ਵਿੱਦਿਆ ਪੜ੍ਹੇਗਾ ਤੇ ਰੋਜੀ ਰੋਟੀ ਦਾ ਕੋਈ ਫਿਕਰ ਨਹੀਂ ਕਰੇਗਾ, ਚਾਹੇ ਭੁੱਖਾ ਰਹੇ, ਵਿੱਦਿਆ ਪੜ੍ਹੇ ਰੱਜ ਕੇ ਤੇ ਬ੍ਰਹਮਚਾਰੀ ਰਹੇ, ਗ੍ਰਸਥ ਜੀਵਨ ਵੱਲ ਝਾਕੇਗਾ ਨਹੀਂ। 25 ਵਰ੍ਹੇ ਤੋਂ ਲੈ ਕੇ ਫਿਰ ਅੱਗੇ 50 ਵਰ੍ਹਿਆਂ ਤੀਕਰ ਇਹਨੂੰ ਸਾਧ ਸੰਗਤ ਜੀ ਜਿਹੜਾ ਹੈ ਗ੍ਰਸਥ ਆਖਦੇ ਆ। ਭਾਵ ਉਹਦੇ 'ਚ ਵਿਆਹ ਕਰਵਾਵੇ, 25 ਵਰ੍ਹੇ ਤੋਂ ਬਾਅਦ ਆਪਣੇ ਬਾਲ ਬੱਚੇ ਹੋਣਗੇ, ਪਰਿਵਾਰ ਚਲਾਵੇ, ਮਿਹਨਤ ਮੁਸ਼ੱਕਤ ਕਰੇ, ਕਾਲਣਾ ਕਾਲੇ, ਪਰਿਵਾਰ ਵੀ ਪਾਲੇ, ਕਿਉਂਕਿ ਵਿੱਦਿਆ ਹਾਸਲ ਕਰ ਚੁੱਕਾ, ਸੂਝਵਾਨ ਰਿਹਾ ਲਿਖਿਆ। 25 ਤੋਂ 50 ਵਰ੍ਹੇ ਤੱਕ ਇਸ ਤਰ੍ਹਾਂ ਜੀਵਨ ਬਤੀਤ ਕਰੇ। ਤੋ ਜਦੋਂ 25 ਤੋਂ 50 ਵਰ੍ਹੇ ਵਾਲੀ ਸਟੇਜ ਵਿੱਚ ਭਾਵ ਗ੍ਰਸਥ ਵਿੱਚ ਹੋਵੇਗਾ, ਉਹਨੇ ਨੂੰ ਇਹਦੇ ਬੱਚੇ ਹੋ ਜਾਣਗੇ। ਤੋ ਉਧਰੋਂ ਬੱਚਾ ਬ੍ਰਹਮਚਾਰੀ ਹੋ ਗਿਆ। ਜਿੰਨੇ ਸਮੇਂ ਨੂੰ ਇਹ ਜਿਹੜਾ ਗ੍ਰਸਥੀ ਹੈ ਉਹ 50 ਤੋਂ 75 ਵਾਲੀ ਪ੍ਰਕਿਰਿਆ, ਜਿਹਨੂੰ ਬਾਣਪ੍ਰਸਥ ਕਹਿੰਦੇ ਆ, ਉਸ ਵਿੱਚ ਪ੍ਰਵੇਸ਼ ਕਰੇਗਾ। ਉਹਨੇ ਨੂੰ ਇਹਦਾ ਬੱਚਾ ਜਿਹੜਾ 25 ਵਰ੍ਹੇ ਦਾ ਹੋ ਜਾਵੇਗਾ, ਉਧਰੋਂ ਉਹ ਬ੍ਰਹਮਚਰਜ ਪਾਰ ਕਰ ਜਾਵੇਗਾ ਤੇ ਇਹ ਪਿਤਾ ਜਿਹੜਾ ਇਹ ਬਾਣਪ੍ਰਸਥ ਵਿੱਚ ਪ੍ਰਵੇਸ਼ ਕਰ ਜਾਂਦਾ। ਜਦੋਂ ਇਹ ਬਾਣਪ੍ਰਸਥ ਦੀ ਫਿਰ ਆਸ਼ਾ ਸਿਧਾਂਤ ਇਹ ਹੈ, ਮਰਿਆਦਾ ਵੀ ਕਦੇ ਘਰੇ ਆ ਗਿਆ, ਕਦੇ ਤੀਰਥਾਂ ਤੇ ਯਾਤਰਾ ਕੀਤੀ, ਸੇਵਾ ਕੀਤੀ, ਤੀਰਥਾਂ ਤੇ ਜਾ ਕਰਕੇ ਉਹ ਸੇਵਾ ਕਰਨੀ, ਸਿਮਰਨ ਕਰਨਾ, ਨਾਮ ਜਪਣਾ, ਤੀਰਥਾਂ ਤੇ ਵਿਚਰਨਾ। ਤੋ ਕਿਉਂਕਿ ਹੁਣ ਬਾਲ ਬੱਚਾ ਵੱਡਾ ਆ, ਤੋ ਜਦੋਂ ਇਹ ਇੱਧਰ ਪ੍ਰਵੇਸ਼ ਕੀਤਾ ਬਾਣਪ੍ਰਸਥ ਵਿੱਚ ਤੇ ਉਧਰ ਬੱਚਾ ਜਿਹੜਾ ਇਹਦਾ ਸੀ ਉਹ ਗ੍ਰਸਥ ਵਿੱਚ ਪ੍ਰਵੇਸ਼ ਕਰ ਗਿਆ, ਉਹਦਾ ਵਿਵਾਹ ਹੋ ਗਿਆ। ਬੱਚਾ ਗ੍ਰਸਥੀ ਹੋਣ ਤੇ ਬਾਪ ਜਦੋਂ ਬਾਣਪ੍ਰਸਥ ਵਿੱਚ ਪ੍ਰਵੇਸ਼ ਕਰੇਗਾ 50 ਤੋਂ 75 ਦੀ ਸਟੇਜ ਵਿੱਚ, ਉਸ ਸਮੇਂ ਹੋਰ ਬੱਚਾ ਜਿਹੜਾ ਆਪਣਾ ਘਰ-ਬਾਰ ਸਾਂਭੇਗਾ। ਪਿਤਾ ਇਹ ਜਿਹੜਾ ਹੈ ਕਦੇ ਜਾਵੇਗਾ, ਕਦੇ ਆ ਜਾਵੇ, ਕਦੇ ਤੀਰਥੀ ਜਾਵੇ, ਨਾਮ ਜਪੇ, ਸਿਮਰਨ ਕਰੇ, ਸੇਵਾ ਕਰੇ ਰੱਜ ਕੇ ਮਾਨਵਤਾ ਦੀ। ਤੋ ਉਹ ਫਿਰ ਜਦੋਂ 75 ਵਰ੍ਹਿਆਂ ਦਾ ਹੋਵੇਗਾ, ਅੱਗੇ ਸੰਨਿਆਸ ਆ ਜਾਂਦਾ ਵੀ ਪੱਕਾ ਹੀ ਸੰਨਿਆਸ ਲੈ ਲੈਣਾ। ਉਹ ਸੰਨਿਆਸ ਗੁਰਮਤਿ ਵਿੱਚ ਇਹੋ ਜਿਹਾ ਵੀ ਘਰ-ਬਾਰ ਵਿੱਚ ਹੁੰਦਿਆਂ ਹੋਇਆਂ ਹੀ ਉਦਾਸ ਰਹਿਣਾ,
ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਫੇਰ ਨਹੀਂ ਮਰ ਮਰ ਕੇ ਉਹ ਵਟਾਂ ਖੋਤੀ ਜਾਣੀਆਂ 75 ਵਰਿਆਂ ਤੋਂ ਬਾਅਦ ਵੀ। ਫਿਰ ਤਾਂ ਜਿਹੜੀ ਰਹਿ ਗਈ ਆ ਉਹ ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚੱਲੋ ਆਨੰਦ ਲਾਲਾ ਪਛ ਹੈ ਜੋ ਬੀਤੀ ਸੋ ਬੀਤੀ। ਤੋ ਜਦੋਂ ਇਹ 75 ਵਰਿਆਂ ਦਾ ਹੋਵੇਗਾ, ਜੇ ਉਮਰ ਔਸਤਨ 100 ਵਰੇ ਮੰਨਦੇ ਆ ਤਾਂ 75 ਵਰਿਆਂ ਦਾ ਇਹ ਹੋ ਗਿਆ, ਇਹ ਸੰਨਿਆਸ ਵਿੱਚ ਆ ਗਿਆ। ਜਿਹੜਾ ਪੁੱਤਰ ਇਹਦਾ ਉਹ ਬਾਣਪ੍ਰਸਤ ਵਿੱਚ ਪ੍ਰਵੇਸ਼ ਕਰ ਜਾਏਗਾ, ਤੇ ਪੋਤਰਾ ਜਿਹੜਾ ਹੋਊਗਾ ਉਹ ਜਿਹੜਾ ਹੈ ਗ੍ਰਸਥ ਵਿੱਚ ਪ੍ਰਵੇਸ਼ ਕਰ ਜਾਂਦਾ। 25 ਵਰੇ ਦਾ ਵਕਫਾ ਰੱਖਿਆ ਜਾਂਦਾ ਸੀ, ਜਿਸ ਕਰਕੇ ਸਾਰੀ ਪ੍ਰਕਿਰਿਆ ਜਿਹੜੀ ਜਿਹਦੇ ਨਾਲ ਨਾਮ ਵੀ ਜਪਿਆ ਜਾਂਦਾ, ਪਰਿਵਾਰ ਵੀ, ਇਹ ਸਿਧਾਂਤ ਸੀਗਾ ਇਹਨਾਂ ਆਸ਼ਰਮਾਂ ਦਾ। ਪਰ ਉਹ ਆਸ਼ਰਮਾਂ ਬ੍ਰਹਮਚਾਰੀ ਜਿਹੜਾ ਵਾ ਉਹ ਜਾਤ ਰੱਖਣ ਨੂੰ ਇਕੱਲਾ ਬ੍ਰਹਮਚਾਰੀ ਮੰਨ ਲਿਆ, ਤੋ ਗ੍ਰਸਥੀ ਨੂੰ ਮਾੜਾ ਕਹਿਣ ਲੱਗੇ। ਇਹ ਆਪ ਹੀ ਕਹਿੰਦੇ ਗ੍ਰਸਥੀ ਦੀ ਕਲਿਆਣ ਨਹੀਂ ਹੋ ਸਕਦੀ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਰੌਲਾ ਇਹਨਾਂ ਨੂੰ ਇਸ ਰੌਲੇ ਚੋਂ ਕੱਢਿਆ। ਜੋਗੀ ਕਹਿੰਦੇ ਸੀ ਗ੍ਰਸਥੀ ਦੀ ਕਲਿਆਣ ਨਹੀਂ, ਕਿਉਂਕਿ ਜੋਗੀ ਸੰਨਿਆਸੀ ਸੀਗੇ। ਮਹਾਰਾਜ ਜੀਆਂ ਗੋਰਖਨਾਥ ਨੂੰ ਆਖਿਆ ਵੀ ਜੇ ਗ੍ਰਸਥੀ ਦੀ ਕਲਿਆਣ ਨਹੀਂ, ਗ੍ਰਸਥੀ ਮੈਲੇ ਆ, ਮਲੀਨ ਆ, ਫਿਰ ਉਹਨਾਂ ਘਰੇ ਮੰਗਣ ਕਿਉਂ ਜਾਂਦੇ ਹੋ? ਉਹਨਾਂ ਘਰੋਂ ਮੰਗ ਕੇ ਖਾਂਦੇ ਹੋ ਤੇ ਆਖਦੇ ਹੋ ਵੀ ਇਹ ਮੈਲੇ ਇਹਨਾਂ ਦੀ ਕਲਿਆਣ ਨਹੀਂ ਹੋ ਸਕਦੀ। ਤੋ ਇਸ ਤਰ੍ਹਾਂ ਮੁੜ ਕੇ ਉਹ ਹੌਲੀ ਹੌਲੀ ਇਹਨਾਂ ਨੂੰ ਬਦਨਾਮ ਕੀਤਾ ਗਿਆ। ਇਹ ਜਿਹੜਾ ਫਿਰ ਹੈ ਸੀ ਆ ਬਾਣਪ੍ਰਸਤ, ਉਹ ਫਿਰ ਤੀਰਥਾਂ ਦਾ ਖੰਡਨ ਕਰਨ ਦੇ ਚੱਕਰ ਵਿੱਚ ਬਾਣਪ੍ਰਸਤ, ਇਹ ਆਸ਼ਰਮਾਂ ਨੂੰ ਹੌਲੀ ਹੌਲੀ, ਹੁਣ ਬਹੁਤ ਘੱਟ ਲੋਕ ਹੈ ਆਸ਼ਰਮਾਂ ਨੂੰ ਜਿਹੜਾ ਜਾਣਦੇ ਆ, ਪਰ ਇਹ ਹੈ ਬਹੁਤ ਵਿਧੀ ਪੂਰਵਕ। ਜੇ ਕੋਈ ਇਹਨੂੰ ਨਿਭਾਵੇ, ਇਹਦੇ ਵਿੱਚ ਰਹਿ ਕੇ ਵੇਖੇ ਵੀ ਵਿਧੀ ਨਾਲੋਂ ਵਿਦਿਆ ਵੀ ਪ੍ਰਾਪਤ ਹੋ ਜਾਂਦੀ ਹੈ, ਤਾਂ ਫਿਰ ਪਰਿਵਾਰ ਵੀ ਪਲ ਜਾਂਦਾ ਹੈ, ਤੇ ਪਿਛਲੀ ਉਮਰੇ ਜਿਹੜਾ ਵਾ ਉਹ ਨਾਮ ਵੀ ਜਪਿਆ ਜਾਂਦਾ ਹੈ। ਹੁਣ ਤਾਂ ਗੁਰਮਤਿ ਦੀ ਇਹ ਮਰਿਆਦਾ ਵੀ ਜਦੋਂ ਜਨਮਦਾ ਬੱਚਾ ਉਦੋਂ ਹੀ ਉਹਦੇ ਕੰਨ ਵਿੱਚ ਵਾਹਿਗੁਰੂ 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 ਦੀ ਬੋਲ ਪਾਓ, ਪਵਨ ਆਰੰਭ ਸਤਿਗੁਰ ਮਤ ਵੇਲਾ। ਜਦੋਂ ਪਹਿਲਾ ਸਵਾਸ ਲੈਂਦਾ ਉਦੋਂ ਹੀ ਗੁਰੂ ਦੀ ਮਤ ਦਾ ਵੇਲਾ ਹੈ। ਤੋ ਇਹ ਇਸ ਤਰ੍ਹਾਂ ਫਿਰ ਉਹ ਸਾਰਿਆਂ ਦੀ ਕਲਿਆਣ ਦੀ ਇੱਕ ਵਿਧੀ ਜੀ ਬਣੀ ਹੁੰਦੀ ਸੀ ਪਹਿਲੇ ਸਮੇਂ ਵਿੱਚ। ਤੋ ਹੁਣ ਵੀ ਕੁਝ ਜਿਹੜੇ ਆ ਉਹ ਨਿਭਾ ਲੈਂਦੇ ਆ ਇਸ ਤਰ੍ਹਾਂ, ਉਹ ਵਧੀਆ ਢੰਗ ਦੇ ਨਾਲ ਨਾਮ ਵੀ ਜਪ ਲੈਂਦੇ ਆ ਉਹ ਤਰੀਕੇ ਨਾਲ, ਕਿਉਂਕਿ ਵਿਧੀ ਤੋਂ ਬਿਨਾਂ ਪ੍ਰਵਿਰਤੀ ਜਿੰਨੀ ਘੱਟ ਹੋਊਗੀ ਤੁਹਾਡੀ, ਓਨਾ ਹੀ ਤੁਹਾਨੂੰ ਨਾਮ ਜਪਣ ਵਿੱਚ ਆਨੰਦ ਜ਼ਿਆਦਾ ਆਵੇਗਾ। ਜਿੰਨੀ ਤੁਹਾਡੀ ਪ੍ਰਵਿਰਤੀ ਵੱਧ ਹੋਊਗੀ, ਰੁਝੇਵਾਂ ਵੱਧ ਹੋਵੇਗਾ, ਉਹਨਾਂ ਨਾਮ ਜਿਹੜਾ ਵਾ ਉਹ ਘੱਟ ਜਪਿਆ ਜਾਵੇਗਾ। ਉਹ ਪ੍ਰਵਿਰਤੀ ਚਾਹੇ ਧੰਦੇ ਦੀ ਹੋਵੇ, ਚਾਹੇ ਕਈ ਵਾਰੀ ਵੇਖੋ ਨਾ ਆਪਾਂ ਗੁਰੂ ਘਰ ਆਈਦਾ, ਉਹ ਰਸਤੇ ਵਿੱਚ ਹੀ ਉਹ ਸੁਭਾਅ ਬਣਿਆ ਹੋਇਆ ਬਹੁਤਾ ਬੋਲਣ ਦਾ, ਉਹਦੇ ਨਾਲ ਗੱਲ ਕਰੋ, ਉਹਦੇ ਨਾਲ ਉਹ ਸਾਰੀ ਜਾਣਕਾਰੀ ਇਹਦੀ ਲੈ ਲਈ, ਇਹਦੀ ਜਾਣਕਾਰੀ ਦਿੱਤੀ, ਉਹ ਜਿਹੜਾ ਸਮਾਂ ਕਥਾ ਦਾ ਹੁੰਦਾ ਉਹ ਰਾਹ 'ਚ ਹੀ ਲੰਘ ਜਾਂਦਾ। ਤੋ ਮੁੜ ਕੇ 15-20 ਮਿੰਟ ਰਹਿੰਦੇ ਉਹਨੇ ਨੂੰ ਦਰਬਾਰ ਪਹੁੰਚਦੇ ਆ, ਫਿਰ ਕਥਾ ਸਮਾਪਤੀ ਹੋ ਜਾਂਦੀ ਹੈ। ਫਿਰ ਜਾਂਦਿਆਂ ਫਿਰ ਗੱਲਾਂ ਕਰਦੇ 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 ਤੋ ਸਿੱਖ ਦੀਆਂ ਮਹਾਰਾਜ ਨੇ 3 ਨਿਸ਼ਾਨੀਆਂ ਬਣਾਈਆਂ: ਘੱਟ ਖਾਣਾ, ਘੱਟ ਬੋਲਣਾ ਔਰ ਘੱਟ ਸੌਣਾ। ਇਹ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਵਿਧੀ ਵਿਧਾਨ ਹੈ, ਜੇ ਕੋਈ ਇਹ ਨਿਭਾ ਲਵੇ। ਤੋ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਦੀਆਂ ਮਿਹਰਾਮਤ ਕੀਤੀ ਭਾਈ ਪਦਾਰਥਾ ਜੀ ਵਰਗੇ ਗੁਰਸਿੱਖਾਂ ਤੇ, ਔਰ ਇਹਨਾਂ ਦੇ ਪਰਿਵਾਰ ਨੂੰ ਵੀ ਮਹਾਰਾਜ ਦੀਆਂ ਕਲਿਆਣ ਬਖਸ਼ਿਸ਼ ਕੀਤੀ। ਇਹ ਪਾਵਨ ਪਵਿੱਤਰ ਸਿੱਖਿਆ ਉਪਦੇਸ਼ ਆਪ ਸਭ ਸੰਗਤ ਦੇ ਹਿਰਦੇ ਵਸੇ। ਕੁਝ ਸਿੱਖਾਂ ਦਾ ਪ੍ਰਸੰਗ ਜਿਹੜਾ ਰਹਿੰਦਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਇੱਥੇ ਸਮਾਂ ਹੋਇਆ ਸਮਾਪਤੀ ਹੈ। ਬੁੱਧੀ ਤੁੱਛ ਹੈ, ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਗਰੀਬ ਨਵਾਜ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮੇਰੀ ਪ੍ਰਾਪਤ ਮੁਕਤ ਅੰਤ ਕੀ ਬੇਰੀ, ਸਤਿਗੁਰ ਕੇ ਤਨ ਬਿਖੈ ਸਮਾਏ, ਜਨਮ ਮਰਨ ਕੇ ਬੰਧ ਮਿਟਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਘਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ।
ਏ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।